ਆਪਾਂ ਕਰਨ ਜਾ ਰਹੇ ਹਾਂ ਆਪਣੇ ਕੋਰਸ ਦੀ ਨੈਕਸਟ ਵੀਡੀਓ, ਜਿਹੜੀ ਕਿ ਬਹੁਤ ਹੀ ਮਹੱਤਵਪੂਰਨ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਵਾਰਡ ਮੈਨੇਜਮੈਂਟ ਦੇ ਉੱਪਰ। ਕਿਉਂਕਿ ਆਪਣੀ ਜੌਬ ਦਾ ਪ੍ਰੋਫਾਈਲ ਵੀ ਕੀ ਹੈ, ਆਪਾਂ ਵਾਰਡ ਅਟੈਂਡੈਂਟ ਦੀ ਜੌਬ ਵਾਸਤੇ ਅਪਲਾਈ ਕੀਤਾ ਤੇ ਇਹ ਟੌਪਿਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰੂਗਾ। ਇਹਦੇ ਵਿੱਚੋਂ ਘੱਟੋ ਘੱਟ 2 ਜਾਂ 3 ਕੁਐਸਚਨ ਪੁੱਛੇ ਜਾ ਸਕਦੇ ਆ। ਚਲੋ ਆਪਾਂ ਇਸ ਵੀਡੀਓ 'ਚ ਦੇਖਾਂਗੇ ਕਿ ਵਾਰਡ ਹੁੰਦੇ ਕਿਵੇਂ ਆ, ਕਿਹੜੇ ਕਿਹੜੇ ਸ਼ੇਪ ਦੇ ਹੁੰਦੇ ਆ ਤੇ ਕੀ ਨਾਮ ਹੁੰਦੇ ਆ। ਚਲੋ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ। ਕਰਦੇ ਆ। ਦੇਖੋ, ਪਹਿਲਾਂ ਤਾਂ ਤੁਹਾਨੂੰ ਮੈਂ ਪ੍ਰੋਸੀਜਰ ਸਮਝਾ ਦਿੰਦਾ ਥੋੜਾ ਜਿਹਾ ਇੰਗਲਿਸ਼ ਦੇ ਵਿੱਚ ਆ, ਬਾਕੀ ਸਾਰੀ ਵੀਡੀਓ ਪੰਜਾਬੀ ਦੇ ਵਿੱਚ ਹੀ ਆ। ਆਪਾਂ ਜਦੋਂ ਵੀ ਕੋਈ ਮਰੀਜ਼ ਆਉਂਦਾ ਦਾਖਲ ਹੁੰਦਾ ਹੈ ਹਸਪੀਟਲ ਦੇ ਵਿੱਚ, ਸਭ ਤੋਂ ਪਹਿਲਾਂ ਆਪਾਂ ਉਹਦਾ ਕੀ ਕਰਦੇ ਹਾਂ, ਇੱਕ ਰਜਿਸਟ੍ਰੇਸ਼ਨ ਫਾਰਮ ਭਰਦੇ ਹਾਂ, ਠੀਕ ਹੈ, ਜਿਹਦੇ ਵਿੱਚ ਉਹਦਾ ਕੀ ਹੋਊਗਾ, ਪੂਰੀ ਡਿਟੇਲ ਹੋਊਗੀ, ਉਹਦੇ ਰਿਲੇਟਿਵ ਦੇ ਨੇਮ ਹੋਣਗੇ, ਉਹਦੀ ਡੇਟ ਆਫ ਬਰਥ ਵਗੈਰਾ ਹੋ ਸਕਦੀ ਆ, ਬਲੱਡ ਗਰੁੱਪ ਹੋ ਸਕਦਾ, ਜੋ ਵੀ ਉਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੁੰਦੀ ਆ ਬੇਸਿਕ, ਉਹ ਸਾਰੀ ਕਿੱਥੇ ਹੋਊਗੀ, ਰਜਿਸਟ੍ਰੇਸ਼ਨ ਫਾਰਮ ਦੇ ਵਿੱਚ ਹੋਊਗੀ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਵੈਸੇ ਵੀ, ਠੀਕ ਹੈ। ਜਦੋਂ ਆਪਣੀ ਇੱਕ ਵਾਰੀ ਆਪਾਂ ਦਾਖਲ ਹੋ ਗਏ, ਰਜਿਸਟ੍ਰੇਸ਼ਨ ਹੋ ਗਈ, ਸਭ ਤੋਂ ਪਹਿਲਾਂ ਆਪਣੇ ਚੈੱਕ ਹੋਣਗੇ ਵਾਈਟਲ ਸਾਈਨ। ਹੁਣ ਵਾਈਟਲ ਸਾਈਨ ਭਾਈ ਜਿਹਨਾਂ ਨੂੰ ਨਹੀਂ ਪਤਾ, ਉਹ ਆਪਣੀ ਪਿਛਲੀ ਵੀਡੀਓ ਆਈ ਸੀ ਵਾਈਟਲ ਸਾਈਨ ਦੇ ਉੱਤੇ, ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀਗੀ ਪੇਪਰ ਵਾਸਤੇ, ਉਹਨੂੰ ਪੜ੍ਹ ਲਿਓ। ਵਾਈਟਲ ਸਾਈਨ ਹੁੰਦੇ ਆ ਭਾਈ, ਆ ਪਿਆ TPR, ਠੀਕ ਹੈ, ਜਿਹਦੇ ਵਿੱਚ ਆਪਾਂ ਟੈਂਪਰੇਚਰ ਚੈੱਕ ਕਰਦੇ ਆ, ਪਲਸ ਰੇਟ ਚੈੱਕ ਕਰਦੇ ਆ, ਰੈਸਪੀਰੇਸ਼ਨ ਰੇਟ ਚੈੱਕ ਕਰਦੇ ਆ, ਠੀਕ ਹੈ, ਇਹਨੂੰ ਕਹਿ ਦਿੰਦੇ ਆ, ਠੀਕ ਹੈ, ਵਾਈਟਲ ਸਾਈਨ, ਜਿਹਦੇ ਵਿੱਚ BP ਵੀ ਆ ਜਾਂਦਾ, ਬਲੱਡ ਪ੍ਰੈਸ਼ਰ। ਤਾਂ ਆਪਾਂ ਉਹ ਸਭ ਕੁਝ ਮੈਜ਼ਰ ਕਰਦੇ ਹਾਂ, ਕਿਉਂਕਿ ਆਪਾਂ ਉਹ ਕਿਉਂ ਕਰਦੇ ਹਾਂ ਤੁਹਾਨੂੰ ਦੱਸਿਆ ਹੋਇਆ ਮੈਂ, ਕਿ ਬੇਸਿਕ ਡਾਟਾ ਪ੍ਰਾਪਤ ਕਰਨ ਵਾਸਤੇ, ਕਿ ਆਪਾਂ ਨੂੰ ਕਦ ਤੋਂ ਇਹ ਲੱਛਣ ਆ ਬਿਮਾਰੀ ਦੇ, ਆਪਾਂ ਨੂੰ ਕੀ ਹੋ ਰਿਹਾ, ਆਪਣੀ ਬੋਡੀ ਦੀ ਕੀ ਸਥਿਤੀ ਹੈ। ਚਲੋ ਇਹਦੇ ਬਾਰੇ ਆਪਾਂ ਜ਼ਿਆਦਾ ਨਹੀਂ ਗੱਲ ਕਰਦੇ, ਕਿਉਂਕਿ ਡਿਟੇਲ 'ਚ ਆਪਾਂ ਕਰਾਇਆ ਹੋਇਆ, ਪੂਰੀ 1 ਘੰਟੇ ਦੀ ਵੀਡੀਓ ਸੀਗੀ ਲਾਸਟ। ਹੁਣ ਗੱਲ ਕਰਦੇ ਹਾਂ ਕਿ ਜਿਹੜਾ ਹਸਪੀਟਲ ਵਾਰਡ ਹੈਗਾ ਉਹ ਹੁੰਦਾ ਕੀ ਆ ਬੇਸਿਕਲੀ। ਇਹ ਵੀਡੀਓ ਲਿਆਉਣ ਦਾ ਮੇਰਾ ਮਕਸਦ ਸਿਰਫ ਇਹ ਸੀਗਾ, ਕਿਉਂਕਿ ਦੇਖੋ ਆਪਣੇ ਨਾਲ ਕਾਫੀ ਦੋਸਤ ਮਿੱਤਰ ਜੁੜੇ ਆ ਪਿਛਲੇ 1 ਮਹੀਨੇ ਤੋਂ, ਜਿਨ੍ਹਾਂ ਦੀ ਬੇਸਿਕ ਕੁਆਲੀਫਿਕੇਸ਼ਨ 8ਵੀਂ ਜਾਂ 10ਵੀਂ ਹੋਊਗੀ, ਕਿਉਂਕਿ ਇਹ ਜਿਹੜਾ ਪੇਪਰ ਹੈਗਾ ਉਹ 8ਵੀਂ ਲੈਵਲ ਦੇ ਬੇਸ ਤੇ ਹੈ, 8ਵੀਂ ਉਹਦੀ ਕੁਆਲੀਫਿਕੇਸ਼ਨ ਹੈ। ਤਾਂ ਇਸ ਕਰਕੇ ਟੌਪਿਕ ਮੈਂ ਸੌਖਾ ਤਾਂ ਚੱਕਿਆ। ਇਹਦੇ ਵਿੱਚ ਵੀ ਕੁਝ 3-4 ਗੱਲਾਂ ਸੀਗੀਆਂ ਜਿਹੜੀਆਂ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ। ਤੇ ਮੈਂ ਪਹਿਲਾਂ ਵੀ ਵੈਸੇ ਵੀ ਜਦੋਂ ਮੈਂ ਟੀਚਿੰਗ ਕਰਦਾ ਨਾ, ਮੈਂ ਆਪਣੀ ਕਲਾਸ ਦੇ ਵਿੱਚ ਵੀ ਕਹਿਣਾ ਹੁੰਦਾ ਕਿ ਮੈਂ ਹਮੇਸ਼ਾ ਨਾ ਇੱਕ ਕਮਜ਼ੋਰ ਵਿਦਿਆਰਥੀ ਨੂੰ ਲੈ ਕੇ ਚੱਲਦਾ। ਮੈਂ ਨਲਾਇਕ ਵਰਡ ਨਹੀਂ ਯੂਜ਼ ਕਰ ਰਿਹਾ, ਮੈਂ ਕਮਜ਼ੋਰ ਵਰਡ ਯੂਜ਼ ਕਰ ਰਿਹਾ। ਨਲਾਇਕ ਇੱਕ ਤਾਨਾ ਹੋ ਜਾਂਦਾ, ਕਮਜ਼ੋਰ ਆਪਣੀ ਸਥਿਤੀ ਹੋ ਸਕਦੀ ਆ। ਹੁਣ ਜਿਵੇਂ ਮੰਨ ਲਓ ਤੁਸੀਂ ਮੈਨੂੰ ਪੁੱਛ ਲਓ, ਮੈਂ ਮਤਲਬ ਕੋਈ ਵੀ, ਮੈਂ ਇੰਗਲਿਸ਼ ਦੇ ਵਿੱਚ ਮੈਂ ਕਮਜ਼ੋਰ ਆ, ਮੈਂ ਐਕਸੈਪਟ ਕਰਦਾ ਮੈਂ ਕਮਜ਼ੋਰ ਆ, ਪਰ ਮੈਂ ਨਲਾਇਕ ਨਹੀਂ ਆ। ਮੈਂ ਜੇ ਤੂੰ ਕਹੋਗੇ ਤਾਂ ਮੈਂ ਕਰ ਲਊਂਗਾ ਉਹਨੂੰ, ਠੀਕ ਹੈ। ਤਾਂ ਆਪਾਂ ਆਪਦੇ ਆਪ ਇੱਕ ਆਪਣਾ ਬਾਉਂਡ ਏਰੀਆ ਬਣਾ ਲੈਂਦੇ ਹਾਂ ਕਿ ਇਹ ਚੀਜ਼ ਮੇਰੇ ਤੋਂ ਹੋ ਨਹੀਂ ਸਕਦੀ। ਤਾਂ ਮੈਂ ਕੀ ਕਰਨਾ, ਕਲਾਸ ਦੇ ਵਿੱਚ ਬਿਲਕੁਲ ਕਮਜ਼ੋਰ ਵਿਦਿਆਰਥੀ ਚੁਣ ਲੈਣਾ। ਮੈਂ ਕਮਜ਼ੋਰ ਵਿਦਿਆਰਥੀ ਦੇ ਲੈਵਲ ਤੇ ਆਪਣੇ ਆਪ ਨੂੰ ਲੈ ਕੇ ਜਾਣਾ ਕਿ ਮੈਂ ਉਹਨਾਂ ਡਾਊਨ ਹੋ ਜਾ ਕਿ ਇਹਨੂੰ ਸਮਝ ਆ ਜੇ ਮੰਨ ਲਓ ਕਮਜ਼ੋਰ ਵਿਦਿਆਰਥੀ ਨੂੰ ਸਮਝ ਆ ਗਿਆ, ਤਾਂ ਜਿਹੜੇ ਬਾਕੀ ਸਾਰੇ ਕੀ ਉਹ ਤੋਂ ਇੰਟੈਲੀਜੈਂਟ ਹੀ ਹੋਣਗੇ, ਉਹ ਆਪ ਹੀ ਹੋਣਗੇ, ਹਨਾ। ਤਾਂ ਜੇ ਉਹਨੂੰ ਸਮਝ ਆ ਗਿਆ ਤਾਂ ਬਾਕੀਆਂ ਨੂੰ ਵੀ ਸਮਝ ਆ ਜਾਊਗਾ। ਤਾਂ ਇਸ ਕਰਕੇ ਮੈਂ ਇਹ ਵੀਡੀਓ ਲਿਆਉਣ ਦਾ ਮੇਰਾ ਮਕਸਦ ਸੀਗਾ ਕਿ ਜਿਹੜੇ ਕਮਜ਼ੋਰ ਵਿਦਿਆਰਥੀ ਆ ਮੈਂ ਉਹਨਾਂ ਨੂੰ ਵੀ ਸਮਝਾ ਦਾਂ, ਤੇ ਬਾਕੀਆਂ ਨੂੰ ਤਾਂ ਸਮਝ ਆ ਹੀ ਜਾਊਗਾ ਆਟੋਮੈਟਿਕਲੀ। ਤਾਂ ਹਰ ਇੱਕ ਤਰ੍ਹਾਂ ਦੀ ਚੀਜ਼ ਆਊਗੀ ਚੈਨਲ ਦੇ ਉੱਪਰ, ਹਰ ਇੱਕ ਦੀ ਹੈਲਪ ਕਰਨਾ ਹੀ ਆਪਣਾ ਕੀ ਹੈ, ਚੈਨਲ ਦਾ ਮਕਸਦ ਹੈ। ਤਾਂ ਚਲੋ ਇਹਦੇ ਵਿੱਚ ਵੀ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਨਹੀਂ ਪਤਾ ਹੋਣਗੀਆਂ। ਹਸਪੀਟਲ ਵਾਰਡ ਹੁੰਦਾ ਕੀ ਹੈ, ਕਹਿੰਦਾ ਵੀ ਇੱਕ ਹਸਪਤਾਲ ਵਿੱਚ ਇੱਕ ਵੱਖਰਾ ਕਮਰਾ, ਜਿਹੜਾ ਖਾਸ ਤੌਰ ਤੇ ਕੀ ਕੀਤਾ ਜਾਂਦਾ, ਇੱਕ ਖਾਸ ਕਿਸਮ ਦੇ ਮਰੀਜ਼ ਨੂੰ ਨਿਰਧਾਰਿਤ ਕਰਨ ਲਈ ਕੀਤਾ ਜਾਂਦਾ। ਕਮਰੇ ਤੋਂ ਭਾਵ ਇਹ ਨਹੀਂ ਕਿ ਇੱਕ ਸਿੰਗਲ ਕਮਰਾ ਹੋਊਗਾ, ਸਿੰਗਲ ਕਮਰਾ ਵੀ ਹੋ ਸਕਦਾ, ਪੂਰਾ ਹਾਲ ਵੀ ਹੋ ਸਕਦਾ, ਠੀਕ ਹੈ, ਜਿਹਨੂੰ ਇੱਕ ਵਾਰਡ ਕਹਿ ਦਿੰਦੇ ਆ। ਕਲੀਅਰ। ਹਸਪੀਟਲ ਵਾਰਡ ਤਾਂ ਸਾਰਿਆਂ ਨੂੰ ਹੀ ਪਤਾ ਹੋਊਗਾ ਕੀ ਹੁੰਦਾ। ਹੁਣ ਟਾਈਪਸ ਆਫ ਵਾਰਡ ਪੜ੍ਹਦੇ ਆ, ਇਹਦੇ ਵਿੱਚ ਵੀ ਵੱਖਰੇ ਵੱਖਰੇ ਵਾਰਡ ਆ ਜਾਂਦੇ ਆ, 2 ਭਾਗਾਂ ਦੇ ਵਿੱਚ ਵੰਡੇ ਗਏ। ਇੱਕ ਨੂੰ ਕਹਿ ਦਿੰਦੇ ਆ ਜਨਰਲ ਵਾਰਡ, ਇੱਕ ਹੁੰਦਾ ਵਿਸ਼ੇਸ਼ ਵਾਰਡ, ਜਿਹਦੇ ਵਿੱਚ ਕੀ ਹੋ ਜਾਂਦਾ, ਜਿਵੇਂ ਜਨੇਪਾ ਵਿਭਾਗ ਹੋ ਗਿਆ, ਬਾਲ ਰੋਗ ਵਿਗਿਆਨ ਹੋ ਗਿਆ, ਮਾਨਸਿਕ ਰੋਗ ਹੋ ਗਏ, ਸਰਜਰੀਕਲ ਵਾਰਡ ਹੋ ਗਿਆ, ICU ਹੋ ਗਿਆ, ਠੀਕ ਹੈ, ਆਈਸੋਲੇਸ਼ਨ ਵਾਰਡ ਹੋ ਗਿਆ। ਤਾਂ ਵੱਖਰੇ ਵੱਖਰੇ ਵਾਰਡ ਆ ਜਾਣਗੇ, ਵੱਖਰੇ ਵੱਖਰੇ ਕੈਟਾਗਰੀ ਦੇ। ਆਪਾਂ ਕੱਲਾ ਕੱਲਾ ਪੜਾਂਗੇ, ਉਹਨਾਂ ਦਾ ਫਿਜ਼ੀਕਲ ਲੇਆਊਟ ਵੀ ਪੜਾਂਗੇ, ਤੇ ਨਾਲ ਉਹ ਕਿਹੜੇ ਕਿਹੜੇ ਭਾਗਾਂ 'ਚ ਕਿਵੇਂ ਵੰਡੇ ਗਏ ਉਹ ਵੀ ਪੜਾਂਗੇ ਆਪਾਂ ਅੱਗੇ ਜਾ ਕੇ। ਹੁਣ ਦੇਖੋ ਵਾਰਡ ਦੇ ਵਿੱਚ ਹੁੰਦਾ ਕੀ ਹੈ, ਕਿਹੜੇ ਕਿਹੜੇ ਉਹਦੇ ਵਿੱਚ ਫੀਚਰ ਹੁੰਦੇ ਨੇ। ਇੱਕ ਤਾਂ ਹੁੰਦਾ ਪੇਸ਼ੈਂਟ ਸਪੇਸ, ਮਤਲਬ ਕਿ ਮਰੀਜ਼ਾਂ ਵਾਸਤੇ ਜਗ੍ਹਾ ਹੁੰਦੀ ਹੈ। ਨਰਸਿੰਗ ਸਪੇਸ, ਇੱਕ ਸਾਈਡ ਤੇ ਕੀ ਹੁੰਦਾ, ਨਰਸਾਂ ਵਾਸਤੇ ਜਗ੍ਹਾ ਹੁੰਦੀ ਜਿੱਥੇ ਉਹ ਆਪਣਾ ਸਮਾਨ ਵਗੈਰਾ ਰੱਖਦੇ ਆ, ਜਿਨ੍ਹਾਂ ਸਿਟਿੰਗ ਹੁੰਦੀ ਹੈ। ਤੇ ਨਾਲ ਹੁੰਦੇ ਕੋਰੀਡੋਰਸ ਮਤਲਬ ਕਿ ਚੱਲਣ ਫਿਰਨ ਵਾਸਤੇ, ਮਰੀਜ਼ਾਂ ਦੇ ਆਸੇ ਪਾਸੇ ਘੁੰਮਣ ਵਾਸਤੇ, ਬੈੱਡ ਦੇ ਚੈੱਕ ਕਰਨ ਵਾਸਤੇ, ਡਾਕਟਰ ਰਾਉਂਡ ਤੇ ਹੁੰਦੇ ਨਾ ਉਹਦੇ ਵਾਸਤੇ। ਚਲੋ ਇਹ ਤਾਂ ਸਿੰਪਲ ਗੱਲਾਂ ਸੀਗੀਆਂ ਜਿਹੜੀਆਂ ਤੁਹਾਨੂੰ ਪਤਾ ਹੋਣਗੀਆਂ। ਹੁਣ ਗੱਲ ਕਰਦੇ ਆ ਕਿਹੜੇ ਕਿਹੜੇ ਵਾਰਡ ਨੇ ਆਪਣੇ ਕੋਲੇ। ਸਭ ਤੋਂ ਇੰਪੋਰਟੈਂਟ ਵਾਰਡ ਹੈਗਾ ਨਾਈਟੈਂਗਲ ਵਾਰਡ, ਜਿਹਨੂੰ ਕਹਿ ਦਿੰਦੇ ਆ ਆਪਣਾ ਖੁੱਲਾ ਵਾਰਡ ਕਹਿ ਦਿੰਦੇ ਆ, ਜਾਂ ਓਪਨ ਵਾਰਡ ਕਹਿ ਦਿੰਦੇ ਆ।
ਫਿਰ ਇਹਦੇ ਵਿੱਚ ਕੀ ਹੈ, ਇੱਕ ਮੋਡੀਫਾਈਡ ਕੀਤਾ ਹੋਇਆ ਜਿਹਨੂੰ ਕਹਿ ਦਿੰਦੇ ਆ ਸੋਧਿਆ ਹੋਇਆ ਨਾਈਟ ਐਂਗਲ ਵਾਰਡ ਹੈ, ਇੱਕ ਰਿਕਸ ਪੈਟਰਨ ਵਾਰਡ ਹੈਗਾ, ਇਹ ਫਿਰ ਟੀ ਕਾਰ ਦਾ ਵਾਰਡ, ਐਲ ਕਾਰ ਦਾ, ਆਈਸੋਲੇਸ਼ਨ ਵਾਰਡ ਹੋ ਗਿਆ, ਸਰਜਰੀਕਲ ਵਾਰਡ ਹੋ ਗਿਆ, ICU ਹੋ ਗਿਆ। ਠੀਕ ਹੈ, ਇੰਟੈਂਸਿਵ ਯੂਨਿਟ ਜਿਹਨੂੰ ਕਹਿ ਦਿੰਦੇ ਆ। ਉਹ ਅੱਗੇ ਜਾ ਕੇ ਪੜ੍ਹਦੇ ਆਪਾਂ, ਫੁੱਲ ਫਾਰਮ ਵੀ ਇਹਦੀ ਇੰਪੋਰਟੈਂਟ ਹੈ। ਪਹਿਲਾਂ ਗੱਲ ਕਰਦੇ ਆ ਜਿਹੜਾ ਸਭ ਤੋਂ ਮਹੱਤਵਪੂਰਨ ਹੈ, ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਾਰਡ ਹੈਗਾ, ਉਹ ਹੈਗਾ ਨਾਈਟ ਐਂਗਲ ਵਾਰਡ। ਨਾਈਟ ਐਂਗਲ ਵਾਰਡ ਬੇਸਿਕਲੀ ਕੀ ਵਾਰਡ, ਕਿਹੜਾ ਵਾਰਡ ਹੁੰਦਾ ਹੈ, ਕਹਿੰਦਾ ਵੀ ਬਿਲਕੁਲ ਓਪਨ ਵਾਰਡ ਹੁੰਦਾ ਹੈ। ਠੀਕ ਹੈ, ਜਿਹਦੇ ਵਿੱਚ ਨਾ ਮੈਕਸਿਮਮ ਮਤਲਬ ਕਿ ਘੱਟੋ ਘੱਟ 25-30 ਬਿਸਤਰੇ ਹੁੰਦੇ, ਵੱਧ ਵੀ ਹੋ ਸਕਦੇ 50 ਤੱਕ 60 ਤੱਕ, ਤਾਂ 25-30 ਬਿਸਤਰੇ ਹੁੰਦੇ, ਮਤਲਬ ਕਿ ਬਹੁਤ ਹਾਈ ਕਪੈਸਿਟੀ ਦਾ ਕੀ ਹੁੰਦਾ ਵਾਰਡ ਹੁੰਦਾ ਹੈ ਆਮ ਬਾਕੀਆਂ ਨਾਲੋਂ। ਤਾਂ ਇਹਦੇ ਵਿੱਚ ਹੁੰਦਾ ਕੀ ਆ, ਪਹਿਲਾਂ ਤੁਹਾਨੂੰ ਮੈਂ ਫੋਟੋ ਦਿਖਾ ਦਿੰਦਾ, ਫਿਰ ਤੁਹਾਨੂੰ ਮੈਂ ਪੜ੍ਹਾਉਂਗਾ ਸਲਾਈਡ। ਆਹ ਹੁੰਦਾ ਭਾਈ ਨਾਈਟ ਐਂਗਲ ਵਾਰਡ, ਜਿਹਦੇ ਵਿੱਚ ਕੀ ਹੁੰਦਾ ਦੇਖੋ, ਇਹ 2 ਆਇਤਾਕਾਰ ਲਾਈਨਾਂ ਹੁੰਦੀਆਂ ਜਿੱਥੇ ਬੈੱਡ ਹੁੰਦੇ ਮਰੀਜ਼ਾਂ ਦੇ, ਤੇ ਸਾਹਮਣੇ ਕੀ ਹੁੰਦੀ ਆ, ਸਿਟਿੰਗ ਹੁੰਦੀ ਆ ਕਿ ਇਹਦੀ ਨਰਸ ਦੀ, ਜਿਹਦੇ ਵਿੱਚ ਕੀ ਹੋਊਗਾ, ਉਹਨਾਂ ਦੀ ਮੈਡੀਸਨ ਵਗੈਰਾ ਰੱਖਣ ਦੀ ਜਗ੍ਹਾ ਹੋਊਗੀ ਜਿੱਥੇ ਉਹ ਬੈਠਦੇ ਨੇ, ਨਿਗਰਾਨੀ ਰੱਖਦੇ ਨੇ ਮਰੀਜ਼ਾਂ ਦੇ ਉੱਪਰ। ਇਹਨੂੰ ਕਹਿ ਦਿੰਦੇ ਆ ਨਾਈਟ ਐਂਗਲ ਵਾਰਡ। ਠੀਕ ਹੈ ਜੀ, ਇਹਨੂੰ ਦਿਮਾਗ 'ਚ ਬਿਠਾ ਲਿਓ ਫੋਟੋ ਨੂੰ। ਹੁਣ ਆਪਾਂ ਪੜ੍ਹਦੇ ਹਾਂ ਕਿ ਹੁੰਦਾ ਕੀ ਆ, ਤੁਹਾਨੂੰ ਮੈਂ ਦੱਸਤਾ ਕਿ 25-30 ਬਿਸਤਰੇ ਵਾਲਾ ਹੁੰਦਾ। ਦੂਜੀ ਗੱਲ ਬਹੁਤ ਮਹੱਤਵਪੂਰਨ ਹੈ, ਕਹਿੰਦਾ ਕਿ ਮਰੀਜ਼ ਦੇ ਪਲੰਗ ਲੰਬੇ 2 ਆਇਤਾਕਾਰ ਕਤਾਰਾਂ ਵਿੱਚ ਵਾਰਡ ਵਿੱਚ ਸਥਿਤ ਹੁੰਦੇ ਹਨ। ਤਾਂ ਤੁਹਾਨੂੰ ਮੈਂ ਦਿਖਾਤਾ ਕਿ 2 ਆਇਤਾਕਾਰ ਜਿਹੜੀਆਂ ਕਤਾਰਾਂ, ਉਹਦੇ ਵਿੱਚ ਕੀ ਹੁੰਦੇ ਆ, ਮਰੀਜ਼ਾਂ ਦੇ ਬੈੱਡ ਲੱਗੇ ਹੁੰਦੇ ਆ, ਤੇ ਸੈਂਟਰ ਦੇ ਵਿੱਚ ਕੀ ਹੁੰਦਾ, ਕੋਰੀਡੋਰ ਸਪੇਸ ਛੱਡੀ ਜਾਂਦੀ ਆ ਡਾਕਟਰ ਦੇ ਰਾਉਂਡ ਵਾਸਤੇ, ਨਰਸ ਦੇ ਰਾਉਂਡ ਵਾਸਤੇ। ਹੁਣ ਇਹਦੇ ਵਿੱਚ ਵੀ ਕੀ ਹੁੰਦਾ ਕਿ 1 ਜਾਂ 2 ਸਾਈਡ ਰੂਮ ਹੁੰਦੇ ਆ, ਜਿਹਨੂੰ ਕਹਿ ਦਿੰਦੇ ਆ ਗੁਪਤ ਰੂਮ। ਉਹ ਕਾਦੇ ਵਾਸਤੇ ਹੁੰਦੇ ਆ, ਜਿੱਥੇ ਕੋਈ ਮਰੀਜ਼ ਦੇ ਕੱਪੜੇ ਵਗੈਰਾ ਬਦਲੇ ਜਾਂਦੇ ਆ, ਹਨਾ, ਪ੍ਰਾਈਵੇਸੀ ਚਾਹੀਦੀ ਹੁੰਦੀ ਮਰੀਜ਼ ਨੂੰ, ਜਾਂ ਕੋਈ ਉਹਦੇ ਗੁਪਤ ਅੰਗਾਂ ਦਾ ਇਲਾਜ ਵਾਸਤੇ, ਜਾਂ ਕੁਝ ਵੀ ਜਿੱਥੇ ਉਹਨੂੰ ਜ਼ਰੂਰਤ ਹੈ ਪ੍ਰਾਈਵੇਸੀ ਦੀ, ਉਹ ਇਹਦੇ ਵਿੱਚ ਹੁੰਦੇ ਆ। ਕਿਉਂਕਿ ਆਮ ਇਹਦੇ ਵਿੱਚ ਕੋਈ ਪ੍ਰਾਈਵੇਸੀ ਨਹੀਂ ਹੁੰਦੀ, ਕਿਉਂਕਿ ਇਹ ਕੀ ਹੁੰਦਾ, ਇੱਕ ਤਰ੍ਹਾਂ ਦਾ ਓਪਨ ਵਾਰਡ ਹੁੰਦਾ। ਤਾਂ ਇਹਦੇ ਸਾਈਡ ਤੇ ਕੀ ਹੋ ਸਕਦੇ ਆ, 1 ਜਾਂ 2 ਰੂਮ ਹੋ ਸਕਦੇ ਆ। ਤੇ ਉਹਦੇ ਕੀ ਕਹਿੰਦਾ ਵੀ ਜਿਹੜਾ ਨਰਸਿੰਗ ਸਟੇਸ਼ਨ ਹੁੰਦਾ, ਨਰਸਿੰਗ ਸਟੇਸ਼ਨ ਦਾ ਮਤਲਬ ਜਿੱਥੇ ਨਰਸਾਂ ਬੈਠਦੀਆਂ ਨੇ, ਠੀਕ ਹੈ, ਜਾਂ ਡਾਕਟਰਾਂ ਦਾ ਕੋਈ ਸਿੰਗਲ ਕਮਰਾ ਹੁੰਦਾ, ਉਹ ਕਹਿੰਦਾ ਇੱਕ ਸਾਈਡ ਤੇ ਹੋਊਗਾ, ਇੱਕ ਸਿਰੇ ਤੇ ਹੋਊਗਾ ਇਹਦੇ ਵਿੱਚ। ਕਿਹਦੇ ਵਿੱਚ, ਨਾਈਟ ਐਂਗਲ ਵਾਰਡ ਦੇ ਵਿੱਚ। ਤਾਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਹੜੀ ਨਰਸਿੰਗ ਸਟੇਸ਼ਨ ਹੈ ਕਿਹੜੇ ਵਾਰਡ ਦੇ ਸਾਈਡ ਤੇ ਹੁੰਦਾ, ਜਾਂ ਕਿਹਦੀ ਕਪੈਸਿਟੀ ਵੱਧ ਕਿਹਦੀ ਆ, ਤਾਂ ਤੁਸੀਂ ਯਾਦ ਰੱਖਣਾ ਜਿਹਨੂੰ ਕਹਿ ਦਿੰਦੇ ਆ ਓਪਨ ਵਾਰਡ ਤੇ ਨਾਈਟ ਐਂਗਲ ਵਾਰਡ। ਠੀਕ ਹੈ, ਇਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਹੁਣ ਮੋਡੀਫਾਈ ਦੇ ਵਿੱਚ ਕੀ ਕੀਤਾ ਉਹਨਾਂ ਨੇ ਕਿ ਜਦੋਂ ਆ ਦੇਖੋ ਕਾਫੀ ਲੰਬਾ ਹੁੰਦਾ ਇਹਦਾ ਵਾਰਡ, ਤਾਂ ਨਰਸ ਇੱਕ ਸਾਈਡ ਤੇ ਬੈਠੀ ਹੁੰਦੀ ਹੈ, ਤਾਂ ਉਹਦੇ ਵਾਸਤੇ ਪੋਸੀਬਲ ਨਹੀਂ ਕਿ ਸਾਰੇ ਮਰੀਜ਼ਾਂ ਤੇ ਧਿਆਨ ਰੱਖਿਆ ਜਾਵੇ। ਤਾਂ ਇਹਦੇ ਵਿੱਚ ਕੀ ਪ੍ਰੋਬਲਮ ਆਉਂਦੀ ਸੀਗੀ ਇਸ ਤਰ੍ਹਾਂ ਦੇ ਵਾਰਡ ਦੇ ਵਿੱਚ, ਉਹਨਾਂ ਨੇ ਇਹਨੂੰ ਥੋੜਾ ਜਿਹਾ ਮੋਡੀਫਾਈ ਕਰਤਾ, ਮਤਲਬ ਕਿ ਥੋੜਾ ਜਿਹਾ ਬਦਲ ਕੇ ਕੀਤਾ ਕੀ ਆ, ਤੁਹਾਨੂੰ ਮੈਂ ਦਿਖਾ ਦਿੰਦਾ। ਪਹਿਲਾਂ ਦੇਖੋ ਜਿਹੜਾ ਮੋਡੀਫਾਈ ਕੀਤਾ ਉਹਦੇ ਵਿੱਚ ਕੀ ਕੀਤਾ, ਜਿਹੜੀ ਸਿਟਿੰਗ ਸੀ ਨਾ ਨਰਸ ਦੀ, ਉਹ ਕੀ ਕਰਤੀ, ਸੈਂਟਰ ਦੇ ਵਿੱਚ ਕਰਤੀ। ਇਹਨੂੰ ਆਪਾਂ ਪੜ੍ਹਦੇ ਹਾਂ, ਪਹਿਲਾਂ ਆਪਾਂ ਉਹਦੀਆਂ ਨੁਕਸਾਨ ਤੇ ਫਾਇਦੇ ਪੜ੍ਹਦੇ ਹਾਂ। ਜਿਹੜਾ ਆਪਾਂ ਹੁਣੇ ਪੜ੍ਹਿਆ ਨਾਈਟ ਐਂਗਲ ਵਾਰਡ, ਉਹਦੇ ਜਿਹੜੇ ਕਹਿੰਦਾ ਵੀ ਉਹਦੇ ਕੀ ਆਪਣਾ ਕਹਿ ਸਕਦੇ ਆ ਚੰਗੇ ਚੀਜ਼ਾਂ ਕੀ ਆ ਉਹਦੀਆਂ, ਉਹਦੇ ਕੀ ਐਡਵਾਂਟੇਜ ਕੀ ਆ, ਕਹਿੰਦਾ ਵੀ ਦੇਖਣ ਨੂੰ ਬਹੁਤ ਚੰਗਾ ਲੱਗਦਾ, ਚੰਗੀ ਦਿੱਖ ਹੈ। ਚੰਗੀ ਦਿੱਖ ਦਾ ਮਤਲਬ ਇਹ ਦੇਖਣ ਨੂੰ ਵੀ ਚੰਗਾ ਲੱਗਦਾ। ਉਹ ਦੂਜਾ ਕੀ ਹੈ ਕਿ ਅਗਰ ਨਰਸ ਬੈਠੀ ਹੁੰਦੀ ਹੈ ਕਿ ਉਹਨੂੰ ਕੱਲੇ ਮਰੀਜ਼ ਨੂੰ ਦੇਖਣਾ ਕੀ ਹੁੰਦਾ, ਆਸਾਨ ਹੁੰਦਾ, ਕਿਉਂਕਿ ਬਿਲਕੁਲ ਓਪਨ ਹੁੰਦਾ, ਕੋਈ ਪ੍ਰਾਈਵੇਸੀ ਨਹੀਂ ਹੁੰਦੀਗੀ। ਸੈਕਿੰਡ ਕੀ ਹੈ, ਕਹਿੰਦਾ ਵੀ ਜੇ ਆਪਾਂ ਫਾਈਨੈਂਸ਼ੀਅਲੀ ਪੁਆਇੰਟ ਆਫ ਵਿਊ ਤੋਂ ਦੇਖੀਏ ਵੀ ਇਹਦਾ ਨਿਰਮਾਣ ਕਰਨਾ ਬੜਾ ਆਸਾਨ ਹੁੰਦਾ, ਕਿਉਂਕਿ ਇਹਦੇ ਵਾਸਤੇ ਕੋਈ ਇਹ ਨਹੀਂ ਕਿ ਵੱਖਰੇ ਕਮਰੇ ਬਣਾਉਣੇ ਜਾਂ ਵੱਖਰੇ ਵਿੱਚ ਸਲਾਈਡਿੰਗ ਪਾਉਣੀਆਂ, ਸਿੰਪਲ ਬਸ ਬੈੱਡ ਲਗਾਉਣੇ, ਇੱਕ ਬਿਲਡਿੰਗ ਚਾਹੀਦੀ ਆਪਾਂ ਨੂੰ। ਥਰਡ ਕੀ ਹੁੰਦਾ, ਇਹ 'ਚ ਵੈਂਟੀਲੇਸ਼ਨ ਵਗੈਰਾ ਬਹੁਤ ਸੌਖੀ ਹੁੰਦੀ ਹੈ, ਬਹੁਤ ਵਧੀਆ ਹੁੰਦੀ ਹੈ, ਤਾਜ਼ੀ ਹਵਾ, ਕਿਉਂਕਿ ਓਪਨ ਹੁੰਦਾ ਤਾਂ ਹਵਾ ਕ੍ਰੋਸ ਕਰਨ ਦੇ ਕੀ ਆ ਬਿਲਕੁਲ ਸਾਧਨ ਵਧੀਆ ਹੁੰਦੇ ਨੇ। ਇਹ ਤਾਂ ਇਹਦੀਆਂ ਹੋ ਗਈਆਂ ਐਡਵਾਂਟੇਜ ਹੋ ਗਈਆਂ, ਜਿਹਨੂੰ ਕਹਿ ਸਕਦੇ ਹਾਂ ਲਾਭ। ਹਾਨੀਆਂ ਕੀ ਹੋ ਸਕਦੀਆਂ ਇਹਦੀਆਂ, ਇਹਦੇ ਵਿੱਚ ਕਹਿੰਦਾ ਵੀ ਮਰੀਜ਼ ਦੀ ਕੋਈ ਵੀ ਗੁਪਤਤਾ ਨਹੀਂ ਹੁੰਦੀਗੀ, ਜਿਹਨੂੰ ਕਹਿ ਦਿੰਦੇ ਆ ਪ੍ਰਾਈਵੇਸੀ ਕੋਈ ਨਹੀਂ ਆ, ਸਾਰੇ ਓਪਨ ਨੇ, ਤਾਂ ਕਰਕੇ ਇਹਦੇ ਵਿੱਚ ਕੀ ਆ ਪ੍ਰਾਈਵੇਸੀ ਘੱਟ ਹੁੰਦੀ ਆ। ਸੈਕਿੰਡ, ਅਗਰ ਕਿਸੇ ਬੰਦੇ ਨੂੰ ਇਨਫੈਕਸ਼ਨ ਆ ਤੇ ਇਹਦੇ ਵਿੱਚ ਕੀ ਆ ਕ੍ਰੋਸ ਇਨਫੈਕਸ਼ਨ ਦਾ ਕਹਿੰਦਾ ਜ਼ਿਆਦਾ ਜੋਖਮ ਰਹਿੰਦਾ। ਮਤਲਬ ਇੱਕ ਬੰਦੇ ਨੂੰ ਇਨਫੈਕਸ਼ਨ ਆ ਤਾਂ ਦੂਜੇ ਬੰਦੇ ਨੂੰ ਫੈਲਣ ਦਾ ਕੀ ਆ ਡਰ ਬਹੁਤ ਰਹਿੰਦਾ, ਜਿਹਨੂੰ ਕਹਿ ਦਿੰਦੇ ਆ ਕ੍ਰੋਸ ਇਨਫੈਕਸ਼ਨ। ਤਾਂ ਕਰਕੇ ਇਹਦੇ ਵਿੱਚ ਕੀ ਆ, ਹੁਣ ਇਹਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਗਿਆ, ਜਿਹਦੇ ਵਿੱਚ ਕੀ ਆ ਨਰਸ ਨੂੰ ਕੀ ਕੀਤਾ ਗਿਆ, ਸੈਂਟਰ ਦੇ ਵਿੱਚ ਬਿਠਾਇਆ ਗਿਆ। ਕਦੀ ਕਹਿੰਦਾ ਇਸ ਕਿਸਮ ਦੇ ਵਾਰਡ ਦੇ ਵਿੱਚ ਕੀ ਕਹਿੰਦਾ, ਇਸ ਦੇ ਕੇਂਦਰ ਦੇ ਵਿੱਚ ਇੱਕ ਨਰਸਿੰਗ ਸਟੇਸ਼ਨ ਹੈ। ਉਹ ਤਾਂ ਕੀਤਾ ਗਿਆ ਕਹਿੰਦਾ ਵੀ ਨਰਸ ਜਦੋਂ ਉੱਥੋਂ ਚੱਲ ਕੇ ਆਊਗੀ, ਮੰਨ ਲਓ ਇਸ ਬੈੱਡ ਤੇ ਤਾਂ ਬਹੁਤ ਟਾਈਮ ਲੱਗਦਾ ਸੀਗਾ, ਤਾਂ ਕਹਿੰਦਾ ਵੀ ਨਰਸ ਦੀ ਯਾਤਰਾ ਦਾ ਸਮਾਂ ਘਟਾ ਦਿੱਤਾ ਗਿਆ, ਤਾਂ ਜੋ ਮਰੀਜ਼ਾਂ ਦੀ ਸਥਿਤੀ ਦੀ ਨਿਗਰਾਨੀ ਵਿੱਚ ਸੁਧਾਰ ਕੀਤਾ ਗਿਆ। ਮਤਲਬ ਕਿ ਉਹਨੂੰ ਨੇੜੇ ਬਿਠਾਤਾ, ਸੈਂਟਰ ਪੁਆਇੰਟ ਆਫ ਵਿਊ ਤੇ ਬਿਠਾਤਾ, ਜਿੱਥੇ ਉਹ ਕੀ ਕਰੂਗੀ, ਸਾਰਿਆਂ ਤੇ ਕੀ ਕਰੂਗੀ, ਇਕੁਅਲ ਨਿਗਾਹ ਰੱਖੂਗੀ, ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ। ਠੀਕ ਹੈ ਭਾਈ, ਆਈ ਹੋਪ ਤੁਸੀਂ ਸਾਰੇ ਸਮਝ ਗਏ ਹੋਵੋਗੇ ਨਾਈਟ ਐਂਗਲ ਵਾਰਡ ਕੀ ਹੁੰਦਾ, ਕਿੰਨੀ ਕਪੈਸਿਟੀ ਆ, ਕਿੱਥੇ ਸਟੇਸ਼ਨ ਹੁੰਦਾ ਉਹਦੇ ਵਿੱਚ, ਤੇ ਮੋਡੀਫਾਈ ਨਾਈਟ ਐਂਗਲ ਵਾਰਡ ਕਿਹੜਾ ਹੁੰਦਾ। ਇਹਨੂੰ ਧਿਆਨ ਨਾਲ ਸੁਣ ਲਿਓ। ਸੈਕਿੰਡ ਹੈਗਾ ਭਾਈ, ਇਹ ਵੀ ਬਹੁਤ ਇੰਪੋਰਟੈਂਟ ਹੈਗਾ, ਕਹਿੰਦਾ ਰਿਕਸ ਵਾਰਡ।
ਰਿਕਸ ਵਾਰਡ ਬੇਸਿਕਲੀ ਦੋ ਬੰਦਿਆਂ ਨੇ ਬਣਾਇਆ ਸੀ, ਜਿਨ੍ਹਾਂ ਨੇ ਆਰਕੀਟੈਕਟ ਕੀਤਾ ਸੀਗਾ, ਡਿਜ਼ਾਈਨ ਤਿਆਰ ਕੀਤਾ ਸੀਗਾ। ਉਹ ਹੈਗਾ ਰੌਬਰਟ ਰਿਗਸ ਅਤੇ ਬ੍ਰੈਡ ਵਾਰਡ। ਠੀਕ ਹੈ, ਇਹ ਇੱਕ ਤਰ੍ਹਾਂ ਦੀ ਨਾ ਇੱਕ ਆਰਕੀਟੈਕਚਰ ਕੰਪਨੀ ਆ ਵਰਜੀਨੀਆ ਦੀ। ਠੀਕ ਹੈ, ਉਹਦੀ ਰਾਜਧਾਨੀ ਆ ਰਿਚਮੰਡ, ਉਹਦੇ ਵਿੱਚ ਸਥਿਤ ਹੈ ਇਹ ਕੰਪਨੀ। ਕਹਿੰਦਾ ਇਸ ਵਾਰਡ ਦੇ ਵਿੱਚ ਕੀ ਹੁੰਦਾ ਕਿ ਬਹੁਤ ਪ੍ਰਾਈਵੇਸੀ ਦਾ ਧਿਆਨ ਰੱਖਿਆ ਗਿਆ ਹੈ ਕਿ ਜਿਹੜਾ ਵਾਰਡ ਹੈ ਉਹਨੂੰ ਛੋਟੇ ਛੋਟੇ ਕੰਪਾਰਟਮੈਂਟਾਂ ਦੇ ਵਿੱਚ ਵੰਡਿਆ ਗਿਆ ਹੈ। ਮਤਲਬ ਆਪਾਂ ਡਿਵਾਈਡ ਕਰ ਦਿੰਦੇ ਹਾਂ ਵਿੱਚ ਅਲਮੂਨੀਅਮ ਦੀ ਸ਼ੀਟ ਪਾ ਕੇ ਉਹਨਾਂ ਨੂੰ ਪ੍ਰਾਈਵੇਸੀ ਦੇਣ ਵਾਸਤੇ। ਤਾਂ ਇਹਦੇ ਵਿੱਚ ਕੀ ਆ, ਕਹਿੰਦਾ ਮੰਜੇ ਮਤਲਬ ਇੱਕ ਪਾਸੇ ਵੀ ਹੋ ਸਕਦੇ ਆ, ਦੋਨੇ ਪਾਸੇ ਵੀ ਹੋ ਸਕਦੇ ਆ। ਪਹਿਲਾਂ ਦੇਖ ਲਓ ਹੁੰਦਾ ਕਿਵੇਂ ਦਾ, ਫਿਰ ਤੁਹਾਨੂੰ ਮੈਂ ਪੜਾਉਣਾ ਸਲਾਈਡ। ਆਹ ਦੇਖੋ, ਇਹ ਹੁੰਦਾ ਡਿਵਾਈਡ ਕਰਤਾ ਨਾ, ਦੇਖੋ ਸਲਾਈਡਾਂ ਪਾ ਕੇ। ਤਾਂ ਕਹਿੰਦਾ ਮੰਜੇ ਵੀ ਦੋਨੇ ਪਾਸੇ ਵੀ ਹੋ ਸਕਦੇ ਆ, ਇੱਕ ਪਾਸੇ ਵੀ ਹੋ ਸਕਦੇ ਆ, ਡਿਪੈਂਡ ਕਰਦਾ ਆਪਣੇ ਕੋਲ ਸਪੇਸ ਕਿੰਨੀ ਕਾ। ਪਰ ਹਰ ਇੱਕ ਕੀ ਆ ਮਰੀਜ਼ ਵਾਸਤੇ ਕੀ ਹੋਊਗੀ, ਵੱਖਰੀ ਸਪੇਸ ਹੋਊਗੀ। ਇਹਨੂੰ ਕਹਿ ਦਿੰਦੇ ਆ ਰਿਕਸ ਵਾਰਡ। ਠੀਕ ਹੈ, ਆਹ ਦੇਖੋ ਲਿਖਿਆ ਹੋਇਆ ਨਾ ਕਿ ਮੰਜੇ ਕਹਿੰਦਾ ਇੱਕ ਪਾਸੇ ਵੀ ਹੋ ਸਕਦੇ ਆ, ਦੋਵੇਂ ਪਾਸੇ ਵੀ ਹੋ ਸਕਦੇ ਆ। ਅਗਲਾ ਕੀ ਹੈ ਕਿ ਇਹ ਤਾਂ ਤਿਆਰ ਕੀਤਾ ਜਾਂਦਾ ਕਿ ਇਹਦੇ ਵਿੱਚ ਇਨਫੈਕਸ਼ਨ ਫੈਲਣ ਦਾ ਖਤਰਾ ਘੱਟ ਹੁੰਦਾ ਹੈ, ਕਿਉਂਕਿ ਹਰ ਇੱਕ ਪਰਦਾ ਹੁੰਦਾ ਹੈ, ਹਰ ਇੱਕ ਦੇ ਵਿੱਚ ਕੀ ਆ ਪ੍ਰਾਈਵੇਸੀ ਹੁੰਦੀ ਹੈ, ਕੋਈ ਦੂਜੇ ਨਾਲ ਗੱਲ ਨਹੀਂ ਕਰਦਾ ਗਾ, ਤਾਂ ਸਭ ਦਾ ਸੈਪਰੇਟ ਏਰੀਆ ਹੁੰਦਾ ਹੈ। ਥਰਡ ਕੀ ਕਹਿੰਦਾ, ਇਹਦੇ ਵਿੱਚ ਪ੍ਰਾਈਵੇਸੀ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਉਹ ਕਿਉਂਕਿ ਅਲੱਗ ਹੋਊਗਾ, ਆਲਰੇਡੀ ਅਲੱਗ ਕੈਬਿਨ ਹੋਊਗਾ, ਤਾਂ ਅਲੱਗ ਕੀ ਹੋਊਗੀ, ਉਹਦੀ ਪ੍ਰਾਈਵੇਸੀ ਵੀ ਅਲੱਗ ਹੋਊਗੀ। ਠੀਕ ਹੈ ਜੀ, ਇਹ ਆਪਣਾ ਹੋ ਗਿਆ ਰਿਕਸ ਵਾਰਡ। ਹੁਣ ਇਹਦੀਆਂ ਵੀ ਆਪਾਂ ਲਾਭ ਤੇ ਹਾਨੀਆਂ ਪੜ੍ਹ ਲੈਂਦੇ ਹਾਂ। ਕਹਿੰਦਾ ਵੀ ਮਰੀਜ਼ ਦੇ ਪਲੰਗ ਨੂੰ ਬਾਹਰ ਆਉਣ ਵਾਲੇ ਮਤਲਬ ਕੀ ਹੁੰਦਾ ਕਿ ਵਿਜ਼ਿਟਿੰਗ ਹਾਵਰ ਰੱਖੇ ਹੁੰਦੇ ਆ ਕਿ ਆਪਾਂ ਕਦੋਂ ਮਰੀਜ਼ ਨੂੰ ਮਿਲ ਸਕਦੇ ਆ। ਕਹਿੰਦਾ ਵੀ ਜਦੋਂ ਮੰਨ ਲਓ ਜੇ ਓਪਨ ਹੋਊਗਾ ਤਾਂ ਕੋਈ ਬੰਦਾ ਕਿਸੇ ਨੂੰ ਦੂਜੇ ਨੂੰ ਮਿਲਣ ਆਇਆ ਤਾਂ ਬਾਕੀ ਸਾਰਿਆਂ ਨਾਲ ਨਿਗਾਹ ਜਾਊਗੀ, ਉਹਦੀ ਪ੍ਰਾਈਵੇਸੀ ਨਹੀਂ ਹੁੰਦੀਗੀ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਮਰੀਜ਼ਾਂ ਦੇ ਪਲੰਗ ਦਿਖਦੇ ਨਹੀਂਗੇ, ਸਿਰਫ ਜਿਹੜਾ ਬੰਦਾ ਜਿਹਨੂੰ ਮਿਲਣ ਆਇਆ ਉਹਨੂੰ ਦੇਖ ਸਕਦਾ, ਕਿਉਂਕਿ ਬਾਕੀਆਂ ਦੇ ਵਿੱਚ ਕੀ ਹੁੰਦਾ ਪਰਦਾ ਹੁੰਦਾ, ਸਲਾਈਡਿੰਗ ਹੁੰਦੀ ਆ। ਠੀਕ ਹੈ, ਤਾਂ ਇਹ ਕਹਿੰਦਾ ਵੀ ਇਹਦੇ ਵਿੱਚ ਕੀ ਆ, ਸਾਫ਼ ਸਫਾਈ ਵਧੇਰੇ ਦਿਖਾਈ ਦਿੰਦਾ, ਮਤਲਬ ਕਿ ਚੰਗਾ ਲੱਗਦਾ ਦੇਖਣ ਨੂੰ, ਵੀ ਸਾਫ਼ ਸਫਾਈ ਵਧੀਆ ਰਹਿੰਦੀ ਇਹਦੇ ਵਿੱਚ, ਤੇ ਪ੍ਰਾਈਵੇਸੀ ਕੀ ਹੁੰਦੀ ਹੈ, ਇਹ 'ਚ ਵੱਧ ਹੁੰਦੀ ਹੈ। ਨੁਕਸਾਨ ਕੀ ਹੁੰਦਾ ਵੀ ਨਰਸਾਂ ਵਾਸਤੇ ਨੁਕਸਾਨ ਹੁੰਦਾ, ਉਹਨਾਂ ਨੂੰ ਕੱਲੇ ਮਰੀਜ਼ ਨੂੰ ਕੋਲੇ ਜਾ ਕੇ ਦੇਖਣਾ ਪਊਗਾ, ਦੂਰ ਬੈਠ ਕੇ ਨਹੀਂ ਉਹ ਨਿਗਰਾਨੀ ਰੱਖ ਸਕਦੀਆਂ ਗੀਆਂ। ਠੀਕ ਹੈ, ਜਿਹਦੇ ਵਿੱਚ ਕਰਕੇ ਉਹਨਾਂ ਨੂੰ ਕੀ ਕਰੂਗਾ, ਚੱਲਣਾ ਫਿਰਨਾ ਜ਼ਿਆਦਾ ਪਊਗਾ ਨਰਸ ਨੂੰ। ਉਸ ਤੋਂ ਬਾਅਦ ਕਹਿੰਦਾ ਵੀ ਜੇ ਮਰੀਜ਼ਾਂ ਦੀ ਦੇਖਭਾਲ ਲਈ ਫਿਰ ਕੀ ਕਰਨਾ ਪਊਗਾ, ਇੱਕ ਤੋਂ ਵੱਧ ਨਰਸ ਨੂੰ ਕੀ ਰੱਖਣਾ ਪਊਗਾ, ਰਿਕਰੂਟ ਕਰਨਾ ਪਊਗਾ। ਠੀਕ ਹੈ ਜੀ, ਇਹ ਇਹਦੀਆਂ ਹੋ ਗਈਆਂ ਲਾਭ ਤੇ ਹਾਨੀਆਂ, ਇਹ ਵੀ ਪੁੱਛਿਆ ਜਾ ਸਕਦਾ ਹੈ। ਹੁਣ ਆ ਗਿਆ ਭਾਈ ਬਹੁਤ ਇੰਪੋਰਟੈਂਟ ਵਾਰਡ ਹੈਗਾ, ਉਹ ਹੈਗਾ ਐਲ ਆਕਾਰ ਦਾ ਵਾਰਡ। ਠੀਕ ਹੈ, ਜਿਹਨੂੰ ਕਹਿ ਦਿੰਦੇ ਆ ਐਲ ਸ਼ੇਪ ਵਾਰਡ। ਆਹ ਦੇਖੋ ਤੁਹਾਡੇ ਸਾਹਮਣੇ ਭਾਈ ਬਣਿਆ ਪਿਆ ਐਲ, ਟੇਢਾ ਐਲ ਬਣਿਆ ਪਿਆ ਇਦਾਂ ਵਾਲਾ। ਠੀਕ ਹੈ, ਇਹਦੇ ਵਿੱਚ ਬੇਸਿਕਲੀ ਹੁੰਦਾ ਕਿ ਐਲ ਆਕਾਰ ਦੇ ਵਾਰਡ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਐਲ ਦੇ ਦੋ ਪੈਰ ਹੁੰਦੇ ਆ, ਪੈਰ ਦਾ ਮਤਲਬ ਕੀ ਜਿਹੜੇ ਸਿਰੇ। ਠੀਕ ਹੈ, ਉੱਥੇ ਕੀ ਹੁੰਦੇ ਨੇ, ਮਰੀਜ਼ਾਂ ਦੇ ਬੈੱਡ ਹੁੰਦੇ ਨੇ। ਆ ਜਿਹੜੇ ਸਿਰੇ ਨੇ ਨਾ, ਉੱਥੇ ਕੀ ਹੋਣਗੇ, ਮਰੀਜ਼ਾਂ ਦੇ ਕੀ ਹੋਣਗੇ, ਬੈੱਡ ਹੋਣਗੇ। ਠੀਕ ਹੈ, ਤੇ ਨਰਸਿੰਗ ਸਟੇਸ਼ਨ ਕਿੱਥੇ ਹੋਊਗਾ, ਜਿੱਥੇ ਕੀ ਹੋਊਗਾ ਉਹਦਾ ਜੰਕਸ਼ਨ ਹੋਊਗਾ, ਜਿੱਥੇ ਕੀ ਮਤਲਬ ਕਿ ਉਹਦੀ ਐਂਟਰੀ ਪੁਆਇੰਟ ਹੋਊਗੀ, ਜਿੱਥੋਂ ਕੀ ਉਹ ਮੁੜ ਰਿਹਾ ਐਲ, ਉੱਥੇ ਕੀ ਹੋਊਗਾ, ਜਿੱਥੇ ਨਰਸਿੰਗ ਸਟੇਸ਼ਨ ਹੋਊਗਾ, ਜਿੱਥੇ ਆਪਾਂ ਐਂਟਰ ਕਰ ਸਕਦੇ ਹਾਂ ਵਾਰਡ ਦੇ ਵਿੱਚੋਂ। ਤਾਂ ਠੀਕ ਹੈ, ਇਹਨੂੰ ਕਹਿ ਦਿੰਦੇ ਭਾਈ ਐਲ ਆਕਾਰ ਦਾ ਵਾਰਡ। ਤਾਂ ਪੁੱਛਿਆ ਜਾ ਸਕਦਾ ਕਿ ਮਰੀਜ਼ਾਂ ਦੇ ਬੈੱਡ ਕਿੱਥੇ ਹੁੰਦੇ ਆ, ਇਹਦੇ ਦੋਵੇਂ ਪੈਰਾਂ ਤੇ ਹੁੰਦੇ ਆ ਐਲ ਦੇ। ਤੇ ਜਿੱਥੇ ਜੰਕਸ਼ਨ ਹੁੰਦਾ ਉੱਥੇ ਕੀ ਹੋਊਗਾ, ਜਿੱਥੇ ਐਂਟਰੀ ਪੁਆਇੰਟ ਹੋਊਗਾ ਉੱਥੇ ਕੀ ਹੋਊਗਾ, ਨਰਸਾਂ ਦਾ ਬੈਠਣ ਵਾਸਤੇ ਸਪੇਸ ਹੋਊਗੀ। ਠੀਕ ਹੈ ਜੀ, ਇਹ ਹੈਗਾ ਭਾਈ ਤੁਹਾਡਾ ਐਲ ਆਕਾਰ ਵਾਰਡ। ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਵੀ ਬੰਦਾ ਬਾਹਰੋਂ ਐਂਟਰ ਹੋਊਗਾ, ਉਹ ਪਹਿਲਾਂ ਕੀ ਕਰੂਗਾ, ਨਰਸਿੰਗ ਸਟੇਸ਼ਨ ਨਾਲ ਕੀ ਕਰੂਗਾ, ਕੰਸਲਟ ਕਰੂਗਾ, ਫਿਰ ਹੀ ਐਂਟਰ ਕਰ ਸਕਦਾ, ਅਦਰਵਾਈਜ਼ ਐਂਟਰ ਨਹੀਂ ਕਰੂਗਾ। ਤਾਂ ਇਹਦੇ ਵਿੱਚ ਕੀ ਆ, ਮਰੀਜ਼ਾਂ ਦੀ ਪ੍ਰਾਈਵੇਸੀ ਕੀ ਹੁੰਦੀ ਆ, ਵੱਧ ਹੁੰਦੀ ਆ। ਤਾਂ ਮਰੀਜ਼ ਦੇ ਖੇਤਰ ਦੇ ਵਿੱਚ ਕੀ ਕਰਦਾ, ਉਹ ਘੱਟੋ ਘੱਟ ਬੰਦਾ ਐਂਟਰ ਕਰ ਸਕਦਾ, ਤਾਂ ਜੋ ਉਹਨੂੰ ਇਨਫੈਕਸ਼ਨ ਫੈਲਣ ਦਾ ਖਤਰਾ ਕੀ ਆ, ਘੱਟ ਜਾਂਦਾ ਹੈ। ਨੈਕਸਟ ਹੈਗਾ ਟੀ ਆਕਾਰ ਵਾਰਡ। ਠੀਕ ਹੈ, ਟੀ ਸ਼ੇਪ ਦਾ ਵਾਰਡ ਵੀ ਸੇਮ ਐਲ ਵਰਗਾ ਹੀ ਹੁੰਦਾ, ਬਸ ਫਰਕ ਸਿਰਫ ਇੰਨਾ ਹੁੰਦਾ ਕਿ ਇਹਦੇ ਵਿੱਚ ਕੀ ਹੁੰਦਾ, ਜਿਹੜੀਆਂ ਕਿ ਆਹ ਹੌਰੀਜੈਂਟਲ ਲਾਈਨ ਹੈਗੀਆਂ ਨੇ, ਇੱਥੇ ਕੀ ਹੋਣਗੇ, ਮਰੀਜ਼ਾਂ ਦੇ ਬੈੱਡ ਹੋਣਗੇ, ਤੇ ਜਿਹੜੀ ਆ ਵਰਟੀਕਲ ਹੈ ਇੱਥੇ ਕੀ ਹੋਊਗਾ, ਇੱਥੇ ਹੋਣਗੀਆਂ ਨਰਸਿੰਗ ਸਟਾਫ, ਜਿਹਨੂੰ ਕਹਿ ਦਿੰਦੇ ਆ ਵਰਟੀਕਲ ਬਾਹਾਂ, ਤੇ ਇਹਨੂੰ ਕਹਿ ਦਿੰਦੇ ਆ ਆਪਣਾ ਹੌਰੀਜੈਂਟਲ। ਠੀਕ ਹੈ ਜੀ, ਹੁੰਦਾ ਸਿਰਫ ਉਹਦੇ ਵਰਗਾ ਹੀ, ਐਲ ਵਰਗਾ ਹੀ ਹੈ, ਬਸ ਥੋੜਾ ਜਿਹਾ ਫਰਕ ਹੁੰਦਾ ਇਹਦੇ ਵਿੱਚ। ਇਹ ਹੋ ਗਏ ਭਾਈ ਟੀ ਆਕਾਰ ਵਾਲਾ ਵਾਰਡ ਹੋ ਗਿਆ, ਤੇ ਐਲ ਆਕਾਰ ਵਾਲਾ ਵਾਰਡ ਹੋ ਗਿਆ। ਨੈਕਸਟ ਮੋਸਟ ਇੰਪੋਰਟੈਂਟ ਵਾਰਡ ਆ ਜਿਹੜਾ ਕਿ ਸਾਲ ਦੇ ਵਿੱਚ ਤੁਸੀਂ ਸੁਣਿਆ ਵੀ ਹੋਊਗਾ, ਆਈਸੋਲੇਸ਼ਨ ਵਾਰਡ ਕਹਿ ਦਿੰਦੇ ਆ, ਜਾਂ ਆਈਸੋਲੇਸ਼ਨ ਰੂਮ ਕਹਿ ਦਿੰਦੇ ਆ। ਆਪਾਂ ਕਹਿ ਦਿੰਦੇ ਹਾਂ ਕਿ ਫਲਾਣੇ ਨੂੰ ਆਈਸੋਲੇਟ ਕਰਤਾ ਕਿਉਂਕਿ ਉਹਨੂੰ ਕੋਵਿਡ ਦੇ ਲੱਛਣ ਸੀਗੇ ਬਿਮਾਰੀ ਦੇ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ, ਬਹੁਤ ਪ੍ਰਾਈਵੇਸੀ ਰੱਖੀ ਜਾਂਦੀ ਹੈ, ਇਕੱਲਾ ਰੱਖਿਆ ਜਾਂਦਾ ਮਰੀਜ਼ ਨੂੰ, ਕਿਉਂਕਿ ਉਹਦੇ ਤੋਂ ਅਗਲੇ ਬੰਦੇ ਨੂੰ ਖੰਘਣ ਨਾਲ, ਹੱਥ ਲਾਉਣ ਨਾਲ, ਠੀਕ ਹੈ, ਸਾਹ ਲੈਣ ਨਾਲ ਕੀ ਹੋ ਜਾਂਦੀ ਹੈ, ਇਨਫੈਕਸ਼ਨ ਫੈਲਣ ਦਾ ਖਤਰਾ ਹੋ ਜਾਂਦਾ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਛੂਤ ਦੀਆਂ ਬਿਮਾਰੀਆਂ। ਠੀਕ ਹੈ, ਜਿਹੜਾ ਛੂਤ ਦੀ ਬਿਮਾਰੀ ਨਾਲ ਪੀੜਤ ਹੁੰਦਾ, ਜ਼ਰੂਰੀ ਨਹੀਂ ਕਿ ਕਰੋਨਾ ਹੋਊਗੀ, ਹੋਰ ਵੀ ਛੂਤ ਦੀਆਂ ਬਿਮਾਰੀਆਂ ਬਥੇਰੀਆਂ ਹੁੰਦੀਆਂ ਨੇ, ਉਹਦੇ ਨਾਲ ਜਿਹੜਾ ਬੰਦਾ ਪੀੜਤ ਆ ਉਹਨੂੰ ਕੀ ਰੱਖਿਆ ਜਾਂਦਾ, ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਿਆ ਜਾਂਦਾ ਹੈ। ਠੀਕ ਹੈ, ਬੇਸਿਕਲੀ ਇੱਕ ਮਹਾਂਮਾਰੀ ਵਾਸਤੇ ਤਿਆਰ ਕੀਤੇ ਜਾਂਦੇ ਆ, ਜਿਵੇਂ ਮਹਾਂਮਾਰੀ ਸਮਝ ਗਏ ਨਾ, ਜਿਵੇਂ ਪਲੇਗ ਫੈਲ ਗਿਆ, ਜਾਂ ਕੋਈ ਆਹ ਹੁਣ ਕਰੋਨਾ ਫੈਲਿਆ ਹੋਇਆ, ਵੱਡੀ ਮਹਾਂਮਾਰੀ ਨੂੰ ਨਜਿੱਠਣ ਵਾਸਤੇ ਕੀ ਕੀਤਾ ਜਾਂਦਾ, ਇਸ ਤਰ੍ਹਾਂ ਦੇ ਵਾਰਡ ਦਾ ਨਿਰਮਾਣ ਕੀਤਾ ਜਾਂਦਾ ਹੈ।
ਤਾਂ ਇਹ ਹਸਪੀਟਲ ਦੇ ਅੰਦਰ ਵੀ ਹੋ ਸਕਦਾ ਹੈ, ਤੇ ਜੇ ਜ਼ਿਆਦਾ ਖਤਰਾ ਹੋਵੇ ਤਾਂ ਇਹਨੂੰ ਕਿਸੇ ਅਲੱਗ ਬਿਲਡਿੰਗ ਦੇ ਵਿੱਚ ਵੀ ਬਣਾਇਆ ਜਾ ਸਕਦਾ, ਜਿੱਥੇ ਸਿਰਫ ਕੀ ਹੋਊਗਾ, ਮਰੀਜ਼ ਰੱਖੇ ਜਾਣਗੇ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਿਆ ਜਾਵੇ, ਇਹ ਨੋਟ ਕਰ ਲਿਓ। ਨੈਕਸਟ ਦੇਖਦੇ ਹਾਂ ਭਾਈ ਸਰਜੀਕਲ ਵਾਰਡ। ਸਰਜੀਕਲ ਵਾਰਡ ਨਾਮ ਤੋਂ ਹੀ ਕਲੀਅਰ ਹੈ, ਜਿੱਥੇ ਕੋਈ ਗੰਭੀਰ ਸਥਿਤੀ ਦਾ ਮਰੀਜ਼ ਆ ਗਿਆ, ਕੋਈ ਐਕਸੀਡੈਂਟ ਹੋ ਗਿਆ, ਉਹਨੂੰ ਬਹੁਤ ਜ਼ਿਆਦਾ ਸੱਟ ਲੱਗੀ ਆ, ਕਿ ਇਮੀਡੀਏਟਲੀ ਉਹਦੀ ਕੀ ਕਰਨੀ ਹੈ, ਸਰਜਰੀ ਕਰਨੀ ਆ, ਤਾਂ ਉੱਥੇ ਕੀ ਹੈ, ਇੱਕ ਸਰਜਰੀਕਲ ਵਾਰਡ ਹੁੰਦਾ, ਜਿਹਦੇ ਵਿੱਚ ਕੀ ਹੁੰਦੀ ਹੈ, ਸਾਰੀਆਂ ਸਹੂਲਤਾਂ ਹੁੰਦੀਆਂ ਨੇ, ਜਿੱਥੇ ਉਹਦੀ ਆਪਾਂ ਆਸਾਨੀ ਨਾਲ ਕੀ ਕਰ ਸਕਦੇ ਹਾਂ, ਸਰਜਰੀ ਕਰ ਸਕਦੇ ਹਾਂ। ਮਤਲਬ ਇੱਕ ਪ੍ਰਾਈਵੇਟ ਰੂਮ ਵਰਗਾ ਹੁੰਦਾ, ਤੇ ਉਹਨੂੰ ਕਹਿ ਦਿੰਦੇ ਆ ਸਰਜਰੀਕਲ ਵਾਰਡ। ਤੇ ਇਹਦੇ ਵਿੱਚ ਜਿਹੜਾ ਵੀ ਮਰੀਜ਼ ਆਊਗਾ, ਪਹਿਲਾਂ ਕਿੱਥੇ ਜਾਊਗਾ, ਐਮਰਜੈਂਸੀ ਵਾਰਡ 'ਚ ਜਾਊਗਾ, ਫਿਰ ਉਸ ਤੋਂ ਬਾਅਦ ਇੱਥੇ ਆਊਗਾ। ਐਮਰਜੈਂਸੀ ਵਾਲੇ ਵਾਰਡ ਵਾਲੇ ਬੰਦੇ ਦੇਖਣਗੇ ਕਿ ਇਹਨੂੰ ਸਰਜਰੀ ਦੀ ਜ਼ਰੂਰਤ ਹੈ, ਜਾਂ ਇਹਨੂੰ ਸਿੰਪਲ ਮੈਡੀਸਨ ਦੀ ਜ਼ਰੂਰਤ ਹੈ, ਜਾਂ ਇਹਨੂੰ ਆਈਸੋਲੇਟ ਕਰਨ ਦੀ ਜ਼ਰੂਰਤ ਹੈ। ਤਾਂ ਸਰਜਰੀਕਲ ਵਾਰਡ ਦੇ ਵਿੱਚ ਬੰਦਾ ਕਿੱਥੋਂ ਆਉਂਦਾ ਹੈ, ਐਮਰਜੈਂਸੀ ਵਾਰਡ ਤੋਂ ਆਉਂਦਾ ਹੈ। ਤਾਂ ਇਹ ਯਾਦ ਰੱਖਿਆ ਜਾਵੇ, ਐਮਰਜੈਂਸੀ ਵਾਰਡ ਦੇ ਦਾਖਲ ਹੋਣ ਤੋਂ ਬਾਅਦ ਹੀ ਇੱਥੇ ਆਊਗਾ। ਨੈਕਸਟ ਦੇਖਦੇ ਹਾਂ ਮੈਡੀਕਲ ਵਾਰਡ। ਇਹ ਤਾਂ ਤੁਸੀਂ ਆਮ ਗਏ ਹੋਵੋਗੇ, ਜਿੱਥੇ ਕੀ ਆ, ਜਿਹੜੇ ਜਨਰਲ ਬੰਦੇ ਰੱਖੇ ਜਾਂਦੇ ਆ, ਜਨਰਲ ਮਰੀਜ਼ ਰੱਖੇ ਜਾਂਦੇ ਆ, ਜਿਹੜੇ ਵੱਖਰੇ ਵੱਖਰੇ, ਕਿਸੇ ਨੂੰ ਬੁਖਾਰ ਹੋ ਸਕਦਾ ਹੈ, ਕਿਸੇ ਨੂੰ ਸ਼ੂਗਰ ਹੋ ਸਕਦੀ ਹੈ, ਕਿਸੇ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ, ਕਿਸੇ ਨੂੰ ਨਮੂਨੀਆ ਹੋ ਸਕਦਾ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਜਿਹੜਾ ਇਲਾਜ ਕੀਤਾ ਜਾਂਦਾ, ਸਰਜਰੀ ਨੂੰ ਛੱਡ ਕੇ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਇੱਥੇ ਇੰਜੈਕਸ਼ਨ ਦੇਣੇ, ਬੋਤਲਾਂ ਚੜਾਉਣੀਆਂ, ਗਲੂਕੋਜ਼ ਵਗੈਰਾ, ਇੱਥੇ ਸਭ ਕੁਝ ਕੀਤਾ ਜਾਂਦਾ ਹੈ। ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ, ਇਹਨੂੰ ਕਹਿੰਦੇ ਮੈਡੀਕਲ ਵਾਰਡ। ਠੀਕ ਹੈ ਜੀ। ਹੁਣ ਹੋ ਗਿਆ ਐਮਰਜੈਂਸੀ ਵਾਰਡ। ਐਮਰਜੈਂਸੀ ਵਾਰਡ ਕੀ ਆ, ਸਭ ਤੋਂ ਪਹਿਲਾ ਵਾਰਡ ਆ ਜਿਹਦੇ ਵਿੱਚ ਕੀ ਆ ਕਿ ਕੋਈ ਵੀ ਮਰੀਜ਼ ਆ ਜਿਹਨੂੰ ਤੁਰੰਤ ਡਾਕਟਰੀ ਜ਼ਰੂਰਤ ਦੀ ਲੋੜ ਹੈ, ਉਹਨੂੰ ਕੀ ਕੀਤਾ ਜਾਂਦਾ, ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ। ਤਾਂ ਜੇ ਉਹਨੂੰ ਸਰਜਰੀ ਦੀ ਜ਼ਰੂਰਤ ਆ, ਕਿ ਇਹ ਰੈਫਰ ਕਰ ਦੇਣਗੇ ਸਰਜਰੀਕਲ ਵਾਰਡ ਵੱਲ। ਜੇ ਉਹਨੂੰ ਸਿੰਪਲ ਕੋਈ ਮਾਈਨਰ ਪ੍ਰੋਬਲਮ ਆ, ਉਹਨੂੰ ਕੀ ਕਰ ਦੇਣਗੇ, ਮੈਡੀਕਲ ਵਾਰਡ 'ਚ ਭੇਜ ਦੇਣਗੇ। ਤਾਂ ਇੱਥੋਂ ਹੀ ਭੇਜਿਆ ਜਾਂਦਾ ਕਿ ਇਹਨੂੰ ਕਿਸ ਚੀਜ਼ਾਂ ਦੀ ਜ਼ਰੂਰਤ ਹੈ, ਯੋਜਨਾ ਬਣਾਈ ਜਾਂਦੀ ਹੈ ਵੀ ਇਹਨੂੰ ਕਿੱਧਰ ਭੇਜਣਾ ਹੈ। ਠੀਕ ਹੈ, ਤਾਂ ਉਹਨੂੰ ਕਹਿ ਦਿੰਦੇ ਆ ਐਮਰਜੈਂਸੀ ਵਾਰਡ। ਤੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਤੋਂ ਵੱਧ ਡਾਕਟਰਾਂ ਦੀ ਟੀਮ ਹੁੰਦੀ ਹੈ, ਜਿਹੜੇ ਇਹਨਾਂ ਨੂੰ ਕਹਿ ਸਕਦੇ ਆ ਕਿ ਵੱਖਰੇ ਵੱਖਰੇ ਚੀਜ਼ਾਂ ਦੇ ਮਾਹਰ ਡਾਕਟਰ ਹੁੰਦੇ ਨੇ, ਕਿਉਂਕਿ ਐਮਰਜੈਂਸੀ ਦੇ ਵਿੱਚ ਕਿਸੇ ਤਰ੍ਹਾਂ ਦੀ ਜ਼ਰੂਰਤ ਪੈ ਸਕਦੀ ਹੈ, ਕਿਸੇ ਨੂੰ ਸਿਰ ਦੀ ਸਰਜਰੀ ਲੋੜ ਪੈ ਸਕਦੀ ਹੈ, ਦਿਲ ਵਾਲਾ ਡਾਕਟਰ ਵੀ ਹੋ ਸਕਦਾ। ਤਾਂ ਠੀਕ ਹੈ, ਤਾਂ ਮੰਨ ਕੇ ਚੱਲੋ ਕਿ ਇੱਕ ਤੋਂ ਵੱਧ ਜਿਹੜੇ ਮਾਹਰ ਡਾਕਟਰ ਹੁੰਦੇ ਆ, ਉਹ ਐਮਰਜੈਂਸੀ ਵਾਰਡ ਦੇ ਵਿੱਚ ਹੋ ਸਕਦੇ ਆ। ਹੁਣ ਭਾਈ ਤੁਹਾਡਾ ਸਭ ਤੋਂ ਇੰਪੋਰਟੈਂਟ ਆ ਗਿਆ, ਜਿਹਨੂੰ ਕਹਿ ਦਿੰਦੇ ਆ ICU, ਇੰਟੈਂਸਿਵ ਕੇਅਰ ਯੂਨਿਟ। ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਵਿਅਕਤੀ, ਠੀਕ ਹੈ, ਜਿਹਨੂੰ ਵੱਖਰੇ ਇਲਾਜ ਦੀ, ਵੱਖਰੀ ਨਿਗਰਾਨੀ ਦੀ ਜ਼ਰੂਰਤ ਪੈਂਦੀ ਆ, ਉਹਨੂੰ ਇਹਦੇ ਵਿੱਚ ਰੱਖਿਆ ਜਾਂਦਾ ICU ਦੇ ਵਿੱਚ। ਕਹਿੰਦਾ ਵੀ ਇਹਦੇ ਵਿੱਚ ਕੀ ਹੁੰਦਾ ਕਿ ਨਾ, ਜਿਹੜਾ ਵਿਸ਼ੇਸ਼ ਮਾਹਿਰ ਹੁੰਦੇ ਨੇ, ਜਿਹੜੇ ਮੰਨ ਲਓ ਕੋਈ ਕੀ ਹੋਊਗਾ, ਸਰਜਰੀ ਦੇ ਵਿੱਚ ਮਾਹਿਰ ਹੋਊਗਾ, ਕੋਈ ਦਿਲ ਦੇ ਰੋਗਾਂ ਵਾਸਤੇ ਮਾਹਿਰ ਹੋਊਗਾ। ਮਤਲਬ ਕਿ ਇਹਦੇ ਵਿੱਚ ਕੀ ਆ, ਪੂਰੇ ਸੂਝਵਾਨ ਤੇ ਨਿਗਰਾਨੀ ਵਾਲੇ ਡਾਕਟਰ ਤੇ ਉਦਾਂ ਦੇ ਕੀ ਰੱਖੇ ਜਾਂਦੇ ਆ, ਉਪਕਰਨ ਰੱਖੇ ਜਾਂਦੇ ਆ, ਇੰਸਟਰੂਮੈਂਟ ਰੱਖੇ ਜਾਂਦੇ ਆ। ਦੇਖੋ ਦੇਖੋ ਬੰਦੇ ਦੇ ਨਾਲ ਕਿੰਨੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ, ਜਿਹਦੇ ਵਿੱਚ ਵੈਂਟੀਲੇਸ਼ਨ ਵੀ ਆ ਜਾਊਗਾ, ਵੱਖਰੀ ਵੱਖਰੀ ਹਾਰਟ ਬੀਟ ਚੈੱਕ ਕਰਨ ਵਾਲੀ ਵੀ ਆ ਜਾਊਗੀ, ਹੈ ਨਾ, ਰੈਸਪੀਰੇਟਰ ਰੇਟ ਹੋ ਗਿਆ, ਵੱਖਰੇ ਵੱਖਰੀ ਚੀਜ਼ਾਂ ਦੀਆਂ ਸਾਰੀਆਂ ਮਸ਼ੀਨਾਂ ਕੀ ਹੁੰਦੀਆਂ, ਇਸ ਯੂਨਿਟ ਦੇ ਵਿੱਚ ਕੀ ਹੁੰਦੀਆਂ, ਉਪਲਬਧ ਹੁੰਦੀਆਂ ਨੇ। ਠੀਕ ਹੈ, ਇਹਨੂੰ ਕਈ ਵਾਰ ਕੀ ਕਹਿ ਦਿੰਦੇ ਆਪਾਂ, ਕ੍ਰਿਟੀਕਲ ਕੇਅਰ ਯੂਨਿਟ ਵੀ ਕਹਿ ਦਿੰਦੇ ਆ, ਜਿਵੇਂ CCU, ਇਹ ਫੁੱਲ ਫਾਰਮ ਪੁੱਛੀ ਜਾ ਸਕਦੀ ਆ। ਇੰਟੈਂਸਿਵ ਕੇਅਰ ਯੂਨਿਟ ਦੀ ਦੂਸਰਾ ਨਾਮ ਕੀ ਆ, CCU, ਜਿਹਨੂੰ ਕਹਿ ਦਿੰਦੇ ਆ ਕ੍ਰਿਟੀਕਲ ਕੇਅਰ ਯੂਨਿਟ। ਠੀਕ ਹੈ, ਜਾਂ ਇਹਨੂੰ ਕਹਿ ਦਿੰਦੇ ਆ ITU। ਠੀਕ ਹੈ, ਇੰਟੈਂਸਿਵ ਥੈਰੇਪੀ ਯੂਨਿਟ। ਠੀਕ ਹੈ, ਤਾਂ ਸਾਰੇ ਇਹਦੇ ਹੀ ਨਾਮ ਨੇ, ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ ਤੇ ਦੂਜੇ ਨਾਮ ਵੀ ਯਾਦ ਰੱਖਣੇ ਨੇ। ਨੈਕਸਟ ਭਾਈ ਆਪਣਾ ਹੁਣ ਆ ਗਿਆ ਇਸ ਤੋਂ ਮਤਲਬ ਕਿ ਬਹੁਤ ਹੀ ਮਹੱਤਵਪੂਰਨ ਸਲਾਈਡ, ਕਿ ਜਦੋਂ ਆਪਾਂ ਮੰਨ ਲਓ ਵਾਰਡ ਇੰਚਾਰਜ ਲਾਗੇ, ਜਾਂ ਵਾਰਡ ਅਟੈਂਡੈਂਟ ਲਾਗੇ, ਜਾਂ ਵਾਰਡ ਬੁਆਏ ਕਹਿ ਸਕਦੇ ਆ, ਸਾਰੇ ਇੱਕੋ ਹੀ ਨਾਮ ਨੇ, ਬਸ ਇੱਕ ਪੋਸਟ ਨੂੰ ਨਾਮ ਦਿੱਤਾ ਹੋਇਆ। ਆਪਣੀਆਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਬਣ ਗਈਆਂ, ਆਪਣੇ ਰਿਸਪੌਂਸਿਬਿਲਟੀਜ਼ ਕਿਹੜੀਆਂ ਕਿਹੜੀਆਂ ਨੇ, ਪੁੱਛਿਆ ਜਾ ਸਕਦਾ। ਕਿਉਂਕਿ ਆਪਾਂ ਪੇਪਰ ਜਿਹੜੀ ਜੌਬ ਵਾਸਤੇ ਦੇਣ ਜਾ ਰਹੇ ਹਾਂ, ਉਹਦਾ ਜੌਬ ਪ੍ਰੋਫਾਈਲ ਜ਼ਰੂਰ ਪੁੱਛਿਆ ਜਾਂਦਾ, ਇੱਕ ਅੱਧਾ ਕੁਐਸਚਨ ਆ ਸਕਦਾ। ਸ਼ਾਇਦ ਮੋਸਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਬਾਕੀ ਕਾਫੀ ਸਟੂਡੈਂਟ ਵੀ ਮੈਸੇਜ ਕਰਦੇ ਆ ਵੀ ਕੰਮ ਕੀ ਆ, ਵੀ ਸਰ ਪੋਚਾ ਵਗੈਰਾ ਤਾਂ ਨਹੀਂ ਲਾਉਣਾਗਾ। ਤਾਂ ਮੈਂ ਉਹਨਾਂ ਨੂੰ ਕਿੰਨੀਆਂ ਵੀਡੀਓ ਸਮਝਾਇਆ ਹੋਇਆ, ਭਾਈ ਪੋਚਾ ਲਾਉਣ ਦਾ ਕੰਮ ਸਵੀਪਰ ਦਾ ਹੁੰਦਾ। ਉਹਨਾਂ ਨੇ ਜੇ ਪੋਚਾ ਹੀ ਲਾਉਣਾ ਹੁੰਦਾ ਤਾਂ ਰਿਕਰੂਟਮੈਂਟ ਕੀ ਕਰਨੀ ਸੀ, ਕਿ ਸਵੀਪਰ ਤੇ PN ਦੀ ਕਰਨੀ ਸੀ, ਨਾ ਕਿ ਵਾਰਡ ਬੁਆਏ ਦੀ। ਪਹਿਲੀ ਹੁਣ ਦੇਖੋ ਜ਼ਿੰਮੇਵਾਰੀ ਕੀ ਬਣਦੀ ਹੈ ਜੀ, ਕਹਿੰਦਾ ਵੀ ਵਾਰਡ ਦੇ ਵਿੱਚ ਜਿੰਨੇ ਵੀ ਮਰੀਜ਼ ਹੈ, ਉਹਨਾਂ ਦੀ ਸੁਰੱਖਿਆ, ਮਤਲਬ ਕਿ ਉਹ ਬਿਲਕੁਲ ਠੀਕ ਨੇ। ਤਾਂ ਵਾਰਡ ਦੇ ਵਿੱਚ ਸਫਾਈ ਵਗੈਰਾ ਯਕੀਨੀ ਬਣਾਉਣਾ, ਮਤਲਬ ਸਫਾਈ ਆਪ ਨਹੀਂ ਕਰਨੀਗੀ, ਚੈੱਕ ਕਰਨਾ ਵੀ ਇੱਥੇ ਸਫਾਈ ਹੋਈ ਹੈ ਕਿ ਨਹੀਂ ਹੋਈ, ਸਵੇਰੇ ਪੋਚਾ ਵੱਜਿਆ ਕਿ ਨਹੀਂ ਵੱਜਾ। ਤਾਂ ਜੇ ਨਹੀਂ ਵੱਜਾ ਤਾਂ ਸਵੀਪਰ ਨੂੰ ਕਾਲ ਕਰਨੀ ਹੈ, ਭਾਈ ਪੋਚਾ ਕਿਉਂ ਨਹੀਂ ਮਾਰਿਆ ਹੈਗਾ, ਆਹ ਕਿਉਂ ਚੀਜ਼ ਗੰਦੀ ਆ, ਆਹ ਚੀਜ਼ ਕਿਉਂ ਗੰਦੀ ਹੈ, ਇਹਨੂੰ ਸਾਫ਼ ਕਰੋ, ਇਹਦੇ 'ਚ ਇਨਫੈਕਸ਼ਨ ਫੈਲਣ ਦਾ ਖਤਰਾ ਹੋ ਸਕਦਾ ਹੈ। ਮਤਲਬ ਕਿ ਇੰਸਟਰਕਸ਼ਨ ਦੇਣੀ ਆ, ਨਾ ਕਿ ਖੁਦ ਸਫਾਈ ਕਰਨੀ। ਠੀਕ ਹੈ, ਮੈਨੂੰ ਲੱਗ ਗਿਆ ਤੁਸੀਂ ਸਮਝ ਗਏ ਹੋਵੋਗੇ ਮੇਰੀ ਗੱਲ। ਦੂਜਾ ਕੀ ਕਰਨਾ, ਵੀ ਮਰੀਜ਼ਾਂ ਦੀ ਜਿਹੜੀ ਸਥਿਤੀ ਆ ਉਹਦਾ ਬਕਾਇਦਾ ਨਿਗਰਾਨੀ ਕਰਨਾ। ਮਤਲਬ ਕਿ ਧਿਆਨ ਰੱਖਣਾ, ਜੇ ਕੋਈ ਮਰੀਜ਼ ਇੱਕੋ ਦਮ ਕੋਈ ਬੇਹੋਸ਼ ਹੋ ਗਿਆ, ਜਾਂ ਕੋਈ ਪ੍ਰੋਬਲਮ ਆ ਗਈ, ਜਾਂ ਉਹਨੂੰ ਗਲੂਕੋਜ਼ ਦੀ ਜ਼ਰੂਰਤ ਹੈ, ਜਾਂ ਉਹਦੇ ਇੰਜੈਕਸ਼ਨ ਵਗੈਰਾ ਲਵਾਉਣਾ ਹੈ, ਤਾਂ ਇਹ ਸਾਰਾ ਕੁਝ ਚੈੱਕ ਕਰੂਗਾ ਕੌਣ, ਵਾਰਡ ਇੰਚਾਰਜ।
ਉਸ ਤੋਂ ਬਾਅਦ ਜਿਹੜੇ ਡਾਕਟਰ ਹੁੰਦੇ ਆ ਵਾਰਡ ਦੇ ਵਿੱਚ ਉਹਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਦਾ ਵੀ ਧਿਆਨ ਰੱਖਣਾ। ਮੰਨ ਲਓ ਕਿ ਡਾਕਟਰ ਆਪਾਂ ਬੇਸਿਕਲੀ ਹੈ ਕੀ ਆ, ਇੱਕ ਤਰ੍ਹਾਂ ਦੇ ਅਸਿਸਟੈਂਟ ਆ ਡਾਕਟਰ ਦੇ, ਤਾਂ ਡਾਕਟਰ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ, ਕਿਸੇ ਉਪਕਰਨ ਦੀ ਜ਼ਰੂਰਤ ਪੈ ਗਈ, ਹਨਾ ਇੰਸਟਰੂਮੈਂਟ ਦੀ ਜ਼ਰੂਰਤ ਪੈ ਗਈ, ਤਾਂ ਆਪਾਂ ਉਹਨੂੰ ਉਹ ਪ੍ਰੋਵਾਈਡ ਕਰਨਾ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਸ ਤੋਂ ਬਾਅਦ ਕੋਈ ਮਤਲਬ ਕੋਈ ਮੁੱਦਾ ਹੋ ਗਿਆ, ਕੋਈ ਕਿਸੇ ਮਰੀਜ਼ ਨੂੰ ਸਪੈਸ਼ਲ ਕਿਸੇ ਕੇਅਰ ਦੀ ਜ਼ਰੂਰਤ ਹੈ, ਤਾਂ ਆਪਾਂ ਕਿਹਨੂੰ ਰਿਪੋਰਟ ਕਰਨਾ? ਹੈਡ ਨਰਸ ਨੂੰ। ਠੀਕ ਹੈ, ਕਿਉਂਕਿ ਨਰਸਿੰਗ ਦੇ ਵਿੱਚ ਵੀ ਇੱਕ ਮੇਨ ਨਰਸ ਹੁੰਦੀ ਹੈ ਜਿਹਨੂੰ ਕਹਿ ਦਿੰਦੇ ਆ ਹੈਡ ਨਰਸ। ਤਾਂ ਹਰ ਇੱਕ ਵਾਰਡ ਦੇ ਵਿੱਚ ਇੱਕ ਹੈਡ ਨਰਸ ਜ਼ਰੂਰ ਹੁੰਦੀ ਹੈ। ਠੀਕ ਹੈ, ਤਾਂ ਕੋਈ ਵੀ ਮੁੱਦਾ ਹੋ ਗਿਆ ਤਾਂ ਆਪਾਂ ਕਿਹਨੂੰ ਰਿਪੋਰਟ ਕਰਨਾ? ਜਸਟ ਹੈਡ ਨਰਸ ਨੂੰ ਜਾ ਕੇ ਰਿਪੋਰਟ ਕਰਨਾ, ਭਾਈ ਆਹ ਪ੍ਰੋਬਲਮ ਹੈ ਉਸ ਵਾਰਡ ਦੇ ਵਿੱਚ। ਉਸ ਤੋਂ ਬਾਅਦ ਆਪਾਂ ਇਹ ਵੀ ਚੈੱਕ ਕਰਨਾ ਕਿ ਉਸ ਵਾਰਡ ਦੇ ਵਾਸਤੇ ਜਿੰਨਾ ਸਟਾਫ ਮਤਲਬ ਕਿ ਰੱਖਿਆ ਗਿਆ ਹੈ ਉਹ ਪ੍ਰੋਪਰ ਹਾਜ਼ਰ ਹੋ ਰਿਹਾ ਕਿ ਨਹੀਂ ਹੋ ਰਿਹਾ, ਉੱਥੇ ਆ ਕੇ ਆਪਣੀ ਡਿਊਟੀ ਦੇ ਰਿਹਾ ਕਿ ਨਹੀਂ ਦੇ ਰਿਹਾ, ਇਹ ਵੀ ਆਪਾਂ ਹੀ ਚੈੱਕ ਕਰਨਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਵੀ ਜਿਹੜਾ ਵਾਰਡ ਦੇ ਵਿੱਚ ਜਿਹੜਾ ਮਤਲਬ ਡਾਕਟਰ ਦਾ ਰਾਊਂਡ ਹੁੰਦਾ ਹੈ, ਨਰਸ ਦਾ ਰਾਊਂਡ ਹੁੰਦਾ ਹੈ, ਉਹਦਾ ਵੀ ਧਿਆਨ ਰੱਖਣਾ। ਠੀਕ ਹੈ, ਗਤੀਵਿਧੀਆਂ ਬਣਾਉਣਾ, ਯੋਜਨਾ ਬਣਾਉਣਾ ਕਿੰਨੇ ਵਾਰੀ ਰਾਊਂਡ ਹੋਊਗਾ, ਕਦੋਂ ਕਦੋਂ ਰਾਊਂਡ ਹੋਇਆ ਜਾਂ ਨਹੀਂ ਹੋਇਆਗਾ। ਜੇ ਨਹੀਂ ਹੋਇਆ ਤਾਂ ਦੱਸਣਾ ਹੈਡ ਨਰਸ ਨੂੰ ਜਾ ਕੇ, ਭਾਈ ਰਾਊਂਡ ਨਹੀਂ ਹੋਇਆ ਡਾਕਟਰ ਦਾ, ਰਾਊਂਡ ਕਰਵਾਓ ਮਰੀਜ਼ਾਂ ਦੇ ਵਿੱਚ। ਠੀਕ ਹੈ, ਬਾਕੀ ਸ਼ਿਫਟਾਂ ਜਿਹੜੀਆਂ ਹੁੰਦੀਆਂ ਦਿਨ ਰਾਤ ਦੇ ਵਿੱਚ ਹੁੰਦੀਆਂ ਨੇ ਹਸਪੀਟਲ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਤਾਂ ਸ਼ਿਫਟਾਂ ਦਾ ਧਿਆਨ ਰੱਖਣਾ ਕਿ ਇਹ ਸ਼ਿਫਟ ਰਾਤ ਨੂੰ ਹੋਊਗੀ, ਸਵੇਰੇ ਹੋਊਗੀ, ਦੁਪਹਿਰ ਵੇਲੇ ਹੋਊਗੀ, ਟਾਈਮ ਵਗੈਰਾ ਸੈੱਟ ਕਰਨਾ। ਬਸ ਸਿਰਫ ਇੱਕ ਤਾਲਮੇਲ ਬਿਠਾਉਣਾ, ਕਿਹਦੇ ਨਾਲ ਬਣਾਊਗੀ? ਤਾਂ ਹੈਡ ਨਰਸ, ਪਰ ਨਾਲ ਉਹਦੇ ਕੀ ਕੋਆਰਡੀਨੇਟ ਕਰਨਾ ਆਪਾਂ ਵਾਰਡ ਇੰਚਾਰਜ ਨੇ। ਤਾਂ ਠੀਕ ਹੈ, ਤੁਸੀਂ ਸਮਝ ਗਏ ਹੋਵੋਗੇ ਕਿਹੜੀ ਕਿਹੜੀਆਂ ਡਿਊਟੀਆਂ ਨੇ ਵਾਰਡ ਬੁਆਏ ਦੀਆਂ। ਆਈ ਹੋਪ ਤੁਹਾਨੂੰ ਕਾਫੀ ਨੌਲੇਜ ਮਿਲੀ ਹੋਊਗੀ ਇਸ ਵੀਡੀਓ ਦੇ ਉੱਪਰੋਂ। ਹੈ ਬਹੁਤ ਸੌਖਾ ਟੌਪਿਕ ਸੀਗਾ, ਪਰ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਦੱਸਣੀਆਂ ਜ਼ਰੂਰੀ ਹੋ ਜਾਂਦੀਆਂ ਨੇ। ਹੁਣ ਆਪਾਂ ਗੱਲ ਕਰਦੇ ਹਾਂ ਭਾਈ ਕੁਐਸਚਨ ਦੀ। ਕੁਐਸਚਨ ਤੁਹਾਨੂੰ ਮੈਂ 8ਵੀਂ ਲੈਵਲ ਤੋਂ ਵੀ ਥੱਲੇ ਵਾਲੇ ਕਰਵਾ ਰਿਹਾ ਅੱਜ, ਕਿਉਂਕਿ ਦੇਖੋ ਜ਼ਰੂਰੀ ਨਹੀਂ ਕਿ ਆਪਾਂ ਹਾਈ ਲੈਵਲ ਹੀ ਕਰਕੇ ਜਾਣਾ। ਹਾਈ ਲੈਵਲ ਤੁਸੀਂ ਪੜ੍ਹ ਰਹੇ ਹੋ ਸਾਰੇ, ਮੈਨੂੰ ਪਤਾ, ਤਾਂ ਸੌਖਾ ਲੈਵਲ ਵੀ ਪੜ੍ਹੋ। ਸੌਖਾ ਲੈਵਲ ਪੜ੍ਹਨ ਦਾ ਫਾਇਦਾ ਕੀ ਆ? ਇੱਕ ਤਾਂ ਤੁਹਾਨੂੰ ਆਪਣੇ ਆਪ ਨੂੰ ਬੂਸਟ ਅਪ ਹੋਊਗਾ, એનર્ਜੀ ਮਿਲੂਗੀ ਕਿ ਹਾਂ ਭਾਈ ਮੈਨੂੰ ਇੰਨਾ ਆਉਂਦਾ ਹੈ। ਕਿਉਂਕਿ ਤੁਸੀਂ ਜਦੋਂ ਔਖਾ ਪੜ੍ਹੀ ਜਾਂਦੇ ਹੋ ਤੁਹਾਨੂੰ ਚੀਜ਼ ਆਉਂਦੀ ਨਹੀਂ, ਤੁਸੀਂ ਕੀ ਹੋ ਜਾਂਦੇ ਹੋ? ਜਲਦੀ ਸਟ੍ਰੈਸ 'ਚ ਆ ਜਾਂਦੇ ਹੋ, ਭਾਈ ਮੇਰੀ ਤਿਆਰੀ ਨਹੀਂ ਹੋ ਰਹੀਗੀ। ਤਾਂ ਪੇਪਰ ਨੇੜੇ ਆ ਗਿਆ, ਤਾਂ ਪੇਪਰ ਨੇੜੇ ਆ ਕੇ ਰਿਲੈਕਸ ਰਹਿਣ ਦੀ ਜ਼ਰੂਰਤ ਹੁੰਦੀ, ਨਾ ਕਿ ਪੈਨਿਕ ਹੋਣ ਦੀ। ਤਾਂ ਕੁਐਸਚਨ ਕਿਤੋਂ ਵੀ ਆ ਸਕਦੇ, ਕਿਉਂਕਿ 8ਵੀਂ ਲੈਵਲ ਦਾ ਪੇਪਰ ਹੈ ਯਾਰ। ਪੇਪਰ ਦੇ ਵਿੱਚ ਕੀ ਈਜ਼ੀ ਕੁਐਸਚਨ ਵੀ ਆ ਸਕਦੇ ਆ। ਤਾਂ ਤੁਸੀਂ ਆ 15 ਕੁਐਸਚਨ ਆ, 15 ਕੁਐਸਚਨ 'ਚ ਚੈੱਕ ਕਰਨਾ ਤੁਹਾਡਾ ਲੈਵਲ ਕਿੰਨਾ ਹੈ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜਾਣਾ ਕਿ ਤੁਹਾਡਾ ਰੈਂਕ ਕਿੰਨਾ ਹੈ। ਮੰਨ ਲਓ ਜੇ 15 ਦੇ 15 ਠੀਕ ਆ, ਤਾਂ ਤੁਸੀਂ ਕੀ ਲਿਖ ਦੇਣਾ ਉੱਥੇ? ਸਰ ਕਿ 15/15 ਮੇਰਾ ਰੈਂਕ ਕੀ ਆ, 15/15। ਕਿਤੇ 10 ਸਹੀ ਆ, 10/15। ਬਿਲਕੁਲ ਇਮਾਨਦਾਰੀ ਨਾਲ ਲਿਖ ਕੇ ਜਾਣਾ, ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ, ਕਿਉਂਕਿ ਇੱਥੋਂ ਹੀ ਲੈਵਲ ਪਤਾ ਚੱਲੂਗਾ। ਫਿਰ ਮੈਂ ਉਸ ਬੰਦੇ ਨੂੰ ਆਇਡੈਂਟੀਫਾਈ ਕਰੂੰਗਾ ਜਿਹਦੇ ਸਭ ਤੋਂ ਘੱਟ ਹੋਣਗੇ। ਠੀਕ ਹੈ, ਵੀ ਉਹਨੂੰ ਦੱਸੂਗਾ ਵੀ ਕਿਵੇਂ ਪੜ੍ਹਨਾ, ਤੇਰੀ ਕਿੱਥੇ ਕਮੀ ਆ। ਤਾਂ ਠੀਕ ਹੈ, ਲਾਸਟ ਦੇ ਵਿੱਚ ਇੱਕ ਕੁਐਸਚਨ ਵੀ ਪੁੱਛਿਆ ਗਿਆ, ਉਹਦਾ ਜਵਾਬ ਵੀ ਦੇ ਕੇ ਜਾਇਓ। ਤਾਂ ਵੀਡੀਓ ਨੂੰ ਭਾਈ ਕਿਰਪਾ ਕਰਕੇ ਫਾਰਵਰਡ ਕਰਕੇ ਨਾ ਦੇਖਿਆ ਕਰੋ। ਜੇ ਮੈਂ ਇੰਨੀ ਮਿਹਨਤ ਕਰ ਰਿਹਾ ਤੁਹਾਡੇ ਵਾਸਤੇ ਹੀ ਕਰ ਰਿਹਾ, ਮੈਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾਗਾ, ਤਾਂ ਤੁਹਾਡਾ ਹੀ ਨੁਕਸਾਨ ਹੋਊਗਾ ਜੇ ਫਾਰਵਰਡ ਕਰੋਗੇ। ਮੈਂ ਤਾਂ ਤੁਹਾਨੂੰ ਦੇਖੋ ਇੱਕ ਸਲਾਹ ਦੇ ਸਕਦਾ, ਚੁਆਇਸ ਤੁਹਾਡੀ ਹੈ, ਦੇਖਣੀ ਜਾਂ ਨਹੀਂ ਦੇਖਣੀ, ਹੈ ਨਾ ਰਾਜੇ, ਤੁਹਾਡੇ ਹੀ ਚੁਆਇਸ ਤੇ ਡਿਪੈਂਡ ਕਰਦਾ ਹੈ। ਮੈਂ ਕਿਸੇ ਨੂੰ ਧੱਕੇ ਨਾਲ ਤਾਂ ਨਹੀਂ ਪੜ੍ਹਾ ਸਕਦਾ ਰਾਜੇ। ਤਾਂ ਪਹਿਲਾ ਕੁਐਸਚਨ ਕੀ ਹੈ? ਕਹਿੰਦਾ ਨਿਮਨ ਲਿਖਤ ਵਿੱਚੋਂ ਕਿਹੜਾ ਭਾਵ ਗਿਆਨ ਦਾ ਅੰਗ ਨਹੀਂ ਹੈ? ਠੀਕ ਹੈ, ਜਿਹਨੂੰ ਆਪਾਂ ਇਮੋਸ਼ਨ ਕਹਿ ਦਿੰਦੇ ਆ। ਤਾਂ ਕੰਨ, ਕਹਿੰਦਾ ਕੰਨ ਵੀ ਹੁੰਦੇ ਆ, ਨੱਕ ਵੀ ਹੁੰਦਾ, ਜੀਭ ਵੀ ਹੁੰਦਾ, ਹਨਾ। ਕੰਨਾਂ ਨਾਲ ਆਪਾਂ ਸੁਣ ਸਕਦੇ ਹਾਂ ਕੋਈ ਗੱਲ, ਆਪਾਂ ਭਾਵੁਕ ਹੋ ਜਾਂਦੇ ਆ। ਨੱਕ ਨਾਲ ਵੀ ਆਪਾਂ ਕਰ ਸਕਦੇ ਹਾਂ, ਜੀਭ ਨਾਲ ਵੀ ਸਮੈਲ ਕਰ ਸਕਦੇ ਆ, ਹਨਾ। ਸੈਂਸ ਵਾਲੇ ਜਿਹਨੂੰ ਕਹਿ ਸਕਦੇ ਆ ਆਪਾਂ, ਜਿਹਦੇ ਨਾਲ ਆਪਾਂ ਨੂੰ ਸੈਂਸ ਹੁੰਦੀ ਆ ਵੀ ਆਹ ਚੀਜ਼, ਕਿਉਂਕਿ ਨੱਕ ਨਾਲ ਆਪਾਂ ਸਮੈਲ ਕਰ ਲੈਂਦੇ ਆ, ਜੀਭ ਨਾਲ ਆਪਾਂ ਖੱਟਾ ਮਿੱਠਾ ਦੇਖ ਲੈਂਦੇ ਆ, ਕੰਨਾਂ ਨਾਲ ਆਪਾਂ ਸੁਣ ਲੈਂਦੇ ਆ ਕਿ ਚੰਗਾ ਹੈ ਕਿ ਮਾੜਾ ਹੈ ਭਾਈ। ਤਾਂ ਇਹ ਗਿਆ ਵਾਲ, ਵਾਲਾਂ ਨਾਲ ਆਪਾਂ ਕੁਝ ਨਹੀਂ ਕਰ ਸਕਦੇ। ਤਾਂ ਰਾਈਟ ਆਨਸਰ ਕੀ ਹੋ ਜਾਊਗਾ? ਬੀ। ਠੀਕ ਹੈ, ਸਮਝ ਆ ਗਿਆ ਹੋਊਗਾ। ਅਗਲਾ ਹੈਗਾ ਭਾਈ, ਕਹਿੰਦਾ ਡੈਸ਼ ਪ੍ਰਣਾਲੀ ਬਾਹਰੋਂ ਹਵਾ ਲੈਣ ਵਿੱਚ ਸਾਡੀ ਮਦਦ ਕਰਦੀ ਹੈ, ਮਤਲਬ ਸਾਹ ਲੈਣ ਦੇ ਵਿੱਚ। ਤਾਂ ਸੰਚਾਰ ਕੀ ਕਰਦੀ ਹੈ? ਉਹ ਤਾਂ ਖੂਨ ਦਾ ਪ੍ਰਵਾਹ ਕਰਦੀ ਆ। ਪਾਚਕ ਕੀ ਕਰਦੀ ਹੈ? ਆਪਣਾ ਭੋਜਨ ਡਾਈਜੈਸਟ ਕਰਦੀ ਆ। ਮਨੋਰੰਜਨ ਕੋਈ ਚੀਜ਼ ਨਹੀਂ ਹੁੰਦੀਗੀ। ਠੀਕ ਹੈ, ਤਾਂ ਆਪਣਾ ਕੀ ਹੋ ਗਿਆ? ਸਾਹ ਪ੍ਰਣਾਲੀ ਹੋ ਗਈ। ਠੀਕ ਹੈ, ਰਾਈਟ ਆਨਸਰ। ਦੇਖੋ ਇਹ ਮੈਂ ਤਾਂ ਕਹਿ ਰਿਹਾ ਵੀ ਜਦੋਂ ਵੀ ਤੁਸੀਂ ਕਰੋਗੇ, ਮੇਰੇ ਆਨਸਰ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਆਨਸਰ ਸੋਚ ਲੈਣਾ ਹੈ, ਤਾਂ ਰੈਂਕ ਲਿਖ ਕੇ ਜਾਣਾ ਹੈ। ਕਿਉਂਕਿ ਇਹ ਨਹੀਂ ਕਿ ਡਾਇਰੈਕਟ ਤੁਸੀਂ ਲਿਖਤਾ। ਜਦੋਂ ਵੀ ਮੈਂ ਕਰਵਾ ਰਿਹਾ, ਉਹ ਵੀਡੀਓ ਨੂੰ 2 ਮਿੰਟ ਚਾਹੇ ਪਾਊਜ਼ ਕਰ ਲਿਓ, ਪਹਿਲਾਂ ਆਪਣਾ ਆਨਸਰ ਸੋਚ ਲਿਓ, ਫਿਰ ਕੀ ਕਰਿਓ? ਉਹਨੂੰ ਆਨਸਰ ਕਰਿਓ। ਕਹਿੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਰੀਰ ਦੇ ਅੰਗ ਨੂੰ ਗਿਆਨ ਦਾ ਭੰਡਾਰ ਕਿਹਾ ਜਾਂਦਾ ਹੈ? ਜਿੱਥੇ ਆਪਾਂ ਕੀ ਸੋਚਦੇ ਹਾਂ, ਬਹੁਤ ਜ਼ਿਆਦਾ ਆਪਣੀ ਮੈਮਰੀ ਹੁੰਦੀ ਹੈ। ਤਾਂ ਨਾਮ ਤੋਂ ਕਲੀਅਰ ਹੱਥ ਹੈ ਕਿ ਅੱਖਾਂ ਕਿ ਨੱਕ ਹੈ? ਨਹੀਂ, ਆਪਣਾ ਜਿਹੜਾ ਮਾਈਂਡ ਹੁੰਦਾ, ਬ੍ਰੇਨ ਹੁੰਦਾ, ਉੱਥੇ ਕੀ ਹੁੰਦਾ? ਆਪਣਾ ਗਿਆਨ ਦਾ ਭੰਡਾਰ ਹੁੰਦਾ ਹੈ। ਨੈਕਸਟ ਦੇਖਦੇ ਆ, ਕਹਿੰਦਾ ਇਹਨਾਂ ਵਿੱਚੋਂ ਕਿਹੜਾ ਅੰਗ ਛਾਤੀ ਵਿੱਚ ਨਹੀਂ ਹੁੰਦਾਗਾ? ਤਾਂ ਗੁਰਦੇ ਕੀ ਹੁੰਦੇ ਆ? ਆਪਣੀ ਛਾਤੀ, ਇਹਨਾਂ ਵਿੱਚ ਕਿਹੜਾ ਅੰਗ ਛਾਤੀ ਵਿੱਚ ਸਥਿਤ ਹੈ? ਕਹਿੰਦਾ ਤਾਂ ਗੁਰਦੇ ਪੇਟ 'ਚ ਹੁੰਦੇ ਆ। ਤਾਂ ਪੇਟ ਤਾਂ ਵੈਸੇ ਇੱਕ ਪੇਟ ਹੋ ਗਿਆ, ਦਿਮਾਗ ਕੀ ਹੋ ਗਿਆ? ਆਪਣੇ ਬ੍ਰੇਨ ਸਿਸਟਮ ਹੋ ਗਿਆ। ਤਾਂ ਜਿਹੜੇ ਫੇਫੜੇ ਹੁੰਦੇ ਉਹ ਕਿੱਥੇ ਹੁੰਦੇ? ਆਪਣੇ ਛਾਤੀ ਦੇ ਵਿੱਚ ਹੁੰਦੇ ਆ। ਠੀਕ ਹੈ ਜੀ, ਛਾਤੀ ਦੇ ਅੰਗ ਪੁੱਛ ਰਿਹਾ।
ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਸਾਡੇ ਸਰੀਰ ਵਿੱਚ ਕੀ ਆ ਪੇਅਰ ਦੇ ਵਿੱਚ ਨਹੀਂ ਆ, ਜਿਹਨੂੰ ਕਹਿ ਦਿੰਦੇ ਜੋੜੀ ਦੇ ਵਿੱਚ। ਕੰਨ ਵੀ ਭਾਈ 2 ਆ ਸਭ ਦੇ, ਕੋਈ ਇਦਾਂ ਦਾ ਤਾਂ ਨਹੀਂ ਹੈਗਾ ਜਿਹਦਾ ਇੱਕ ਕੰਨ ਹੈ। ਹੱਥ ਵੀ 2 ਹੈ, ਤਾਂ ਗੁਰਦੇ ਵੀ 2 ਹੁੰਦੇ ਆ ਭਾਈ, ਜਿਹਨੂੰ ਨਹੀਂ ਪਤਾ। ਤਾਂ ਜੀਭ 1 ਆ, ਠੀਕ ਹੈ। ਵੈਸੇ ਤਾਂ ਜੀਭਾਂ 2 ਹੀ ਹੁੰਦੀਆਂ ਨੇ। ਕਹਿੰਦੇ ਵੀ ਉਹ ਆਰੀ ਦੇ ਦੰਦੇ ਇੱਕ ਪਾਸੇ, ਕਹਿੰਦਾ ਵੀ ਆਰੀ ਦੇ ਦੰਦੇ ਇੱਕ ਪਾਸੇ ਹੁੰਦੇ ਆ ਤੇ ਜਾਨ ਦੇ ਦੋਨੇ ਪਾਸੇ ਹੁੰਦੇ ਆ, ਠੀਕ ਹੈ। ਪਤਾ ਕਿਉਂ? ਕਿਉਂਕਿ ਜਦੋਂ ਤੱਕ ਜੌਬ ਨਹੀਂ ਮਿਲਦੀ ਅਗਲਾ ਕਹਿੰਦਾ ਯਾਰ ਦੇਖ ਇੰਨਾ ਪੜ੍ਹ ਲਿਖ ਕੇ ਨਾ ਵਿਹਲਾ ਤੁਰਿਆ ਫਿਰਦਾ। ਚਲੋ ਠੀਕ ਹੈ ਜੀ। ਜਦੋਂ ਲੱਗ ਜਾਂਦਾ ਕਹਿੰਦਾ ਯਾਰ ਪੱਕਾ ਇਹਨੇ ਪੈਸੇ ਦਿੱਤੇ ਹੋਣੇ, ਜਿਹੜਾ ਜੌਬ ਲੱਗ ਗਿਆ। ਅੱਜ ਕੱਲ੍ਹ ਸਰਕਾਰੀ ਨੌਕਰੀ ਕਿਹਨੂੰ ਮਿਲਦੀ ਆ? ਤਾਂ ਹੀ ਕਹਿੰਦੇ ਵੀ ਆਰੀ ਦੇ ਦੰਦੇ ਇੱਕ ਪਾਸੇ ਤੇ ਜਾਨ ਦੇ ਦੋਨੇ ਪਾਸੇ। ਇਸ ਕਰਕੇ ਜੀਭਾਂ ਹੁੰਦੀ ਤਾਂ ਇੱਕ ਹੀ ਆ, ਪਰ ਕੰਮ ਬੜੇ ਕਰਵਾਉਂਦੀ ਆ, ਸਿੱਧੇ ਪੁੱਠੇ। ਨੈਕਸਟ ਦੇਖੋ, ਕਹਿੰਦਾ ਇੱਕ ਵੱਖਰਾ ਸਮੂਹ ਚੁਣੋ, ਜਿਹਨੂੰ ਕਹਿ ਦਿੰਦੇ ਆ ਔਡ ਵਨ ਆਊਟ। ਕਹਿੰਦਾ ਮੂੰਹ ਹੋ ਗਿਆ, ਜਿਗਰ ਹੋ ਗਿਆ, ਵੱਡੀ ਅੰਤੜੀ ਹੋ ਗਈ, ਗੋਡੇ ਹੋ ਗਏ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਮੂੰਹ ਹੋ ਗਿਆ, ਜਿਗਰ ਹੋ ਗਿਆ, ਠੀਕ ਆ। ਲਾਰਜ ਇੰਟੈਂਸਿਵ ਮੈਂ ਕਰਵਾਈ ਸੀਗੀ, ਮਤਲਬ ਜਿਹਨੂੰ ਅੰਤੜੀ ਕਹਿ ਦਿੰਦੇ ਆ, ਵੱਡੀ ਅੰਤੜੀ। ਇਹ ਕੀ ਆ? ਸਾਰੇ ਕੀ ਆ? ਇੱਕ ਆਪਣੇ ਪਾਚਨ ਸਿਸਟਮ ਦੀ ਪ੍ਰਣਾਲੀ ਆ, ਜਿਹਨੂੰ ਡਾਈਜੈਸਟਿਵ ਸਿਸਟਮ ਕਹਿ ਦਿੰਦੇ ਆ। ਤਾਂ ਗੋਡੇ ਕੀ ਹੋ ਗਏ? ਇੱਕ ਅਲੱਗ ਹੋ ਗਏ, ਠੀਕ ਹੈ। ਤਾਂ ਔਡ ਵਨ ਆਊਟ ਹੀ ਕਿਹਾ ਸੀ ਉਹਨਾਂ ਨੇ, ਤਾਂ ਗੋਡੇ ਕੀ ਆ ਗਿਆ? ਰਾਈਟ ਆਨਸਰ ਆ ਗਿਆ, ਜਿਹੜੇ ਕਿ ਇੱਕ ਵੱਖਰੇ ਸਮੂਹ ਦੇ ਵਿੱਚੋਂ। ਨੈਕਸਟ ਦੇਖੋ ਕੁਐਸਚਨ, ਬੜਾ ਦਿਮਾਗ ਵਾਲਾ ਕੁਐਸਚਨ ਹੈ ਬਹੁਤ ਈਜ਼ੀ ਹੈ। ਕਹਿੰਦਾ ਵੀ ਜੇ ਤੁਸੀਂ ਨਹਾ ਰਹੇ ਆ ਜਾਂ ਨਾ ਚੁੱਕੇ ਹੋ ਤਾਂ ਤੁਹਾਡੇ ਸਰੀਰ ਦਾ ਕਿਹੜਾ ਅੰਗ ਗਿੱਲਾ ਹੈ? ਫੇਫੜੇ ਗਿੱਲੇ ਆ ਤੁਹਾਡੇ? ਨਹੀਂ, ਉਹ ਤਾਂ ਅੰਦਰ ਹੁੰਦੇ ਆ। ਮਾਸਪੇਸ਼ੀਆਂ ਗਿੱਲੀਆਂ? ਨਹੀਂ, ਮਾਸਪੇਸ਼ੀਆਂ ਵੀ ਮਾਸ ਦੇ ਥੱਲੇ ਹੁੰਦੀਆਂ ਨੇ। ਤਾਂ ਗੋਡੇ ਤੁਹਾਡੇ ਗਿੱਲੇ ਨੇ ਭਾਈ, ਠੀਕ ਹੈ, ਕਿਉਂਕਿ ਗੋਡੇ ਦਿਖ ਸਕਦੇ ਆਪਾਂ ਨੂੰ ਗਿੱਲੇ। ਤਾਂ ਦੇਖੋ ਕਿੰਨਾ ਸੌਖਾ ਕੁਐਸਚਨ ਹੈ ਇਹ। ਮੈਂ ਆਪਦੇ ਵੱਲੋਂ ਨਹੀਂ ਪਾਏ ਕੁਐਸਚਨ ਕੋਈ ਵੀ। ਇਹ ਇੱਕ ਕਿਸੇ ਸਟੇਟ ਦਾ ਐਗਜ਼ਾਮ ਹੋਇਆ, ਮੈਨੂੰ ਨਾਮ ਨਹੀਂ ਸਟੇਟ ਦਾ ਯਾਦ। ਉੱਥੇ ਇੱਕ ਵਾਰਡ ਸਿਸਟਰ ਦਾ ਐਗਜ਼ਾਮ ਹੋਇਆ ਸੀਗਾ। ਜਿਵੇਂ ਆਪਾਂ ਤਾਂ ਇੱਥੇ ਵਾਰਡ ਬੁਆਏ ਆ ਨਾ, ਇਹਦੇ ਵਿੱਚ ਮੁੰਡੇ ਵੀ ਆ ਸਕਦੇ, ਕੁੜੀਆਂ ਵੀ ਆ ਸਕਦੀਆਂ। ਕਿਸੇ ਸਟੇਟ ਦੇ ਵਿੱਚ ਵਾਰਡ ਸਿਸਟਰ ਦਾ ਹੋਇਆ, ਉਹਦੇ ਵਿੱਚ ਸਿਰਫ ਕੁੜੀਆਂ ਵਾਸਤੇ ਸੀਗਾ। ਉਹਦੇ ਵਿੱਚ ਇਹ ਕੁਐਸਚਨ ਪੁੱਛੇ ਗਏ ਸੀਗੇ, ਉਹਨੂੰ ਮੈਂ ਕਨਵਰਟ ਕੀਤਾ ਪੰਜਾਬੀ ਦੇ ਵਿੱਚ, ਠੀਕ ਹੈ ਜੀ। ਇਹ ਕੋਈ ਮੈਂ ਆਪਦੇ ਵੱਲੋਂ ਨਹੀਂ ਕੁਐਸਚਨ ਪਾਏ ਹੋਏ ਕਿ ਮੈਂ ਆਪਦੇ ਵੱਲੋਂ ਬਣਾਤੇ, ਕਿਉਂਕਿ ਆਪਦੇ ਵੱਲੋਂ ਬਣਾਉਣ ਵਾਲੇ ਤਾਂ ਸ਼ੇਰਵਾਨੀ ਲਹਿੰਗੇ ਵਾਲੇ ਕੁਐਸਚਨ ਹੁੰਦੇ, ਉਦਾਂ ਦੇ ਬਣਦੇ ਫਿਰ, ਠੀਕ ਹੈ। ਇਹਦੇ ਵਿੱਚ ਕਹਿੰਦਾ ਵੀ ਸਾਡੀ ਚਮੜੀ ਸਾਨੂੰ ਡੈਸ਼ ਦੀ ਭਾਵਨਾ ਦਿੰਦੀ ਹੈ। ਤਾਂ ਚਮੜੀ ਆਪਣੀ ਕਾਹਦੇ ਵਾਸਤੇ ਹੁੰਦੀ ਹੈ? ਜਦੋਂ ਕੋਈ ਆਪਾਂ ਨੂੰ ਟੱਚ ਕਰਦਾ ਉਦੋਂ ਆਪਾਂ ਕੀ ਕਰਦੇ ਹਾਂ? ਆਪਾਂ ਨੂੰ ਪਤਾ ਲੱਗ ਜਾਂਦਾ ਆਪਣੀ ਚਮੜੀ ਤੋਂ। ਤਾਂ ਕਾਹਦੇ ਟੱਚ ਦਿੰਦੀ ਹੈ ਆਪਾਂ ਨੂੰ ਚਮੜੀ? ਛੂਹਣ ਦਾ ਟੱਚ ਦਿੰਦੀ ਹੈ, ਠੀਕ ਹੈ ਜੀ। ਨੈਕਸਟ ਦੇਖਦੇ ਆ, ਕਹਿੰਦਾ ਸਭ ਤੋਂ ਛੋਟਾ ਕਣ ਜਿਹੜਾ ਕਿ ਮਨੁੱਖ ਦਾ ਸਰੀਰ ਬਣਨ ਲਈ ਜ਼ਰੂਰੀ ਹੈ। ਤਾਂ ਤੁਹਾਨੂੰ ਮੈਂ ਕਰਵਾਇਆ ਸੀਗਾ ਜਦੋਂ ਮੈਂ ਬੋਡੀ ਆਰਗਨ ਕਰਾਏ ਸੀਗੇ। ਤਾਂ ਜਿਹੜਾ ਭਾਈ ਸੈੱਲ ਹੁੰਦਾ ਨਾ, ਸੈੱਲ ਸਭ ਤੋਂ ਛੋਟੀ ਕੀ ਇਕਾਈ ਆਪਣੇ ਸਰੀਰ ਨੂੰ ਬਣਨ ਦੇ ਵਿੱਚ। ਤਾਂ ਸੈੱਲ ਕੀ ਹੁੰਦਾ? ਸਹਾਈ ਹੁੰਦਾ ਆਪਣੇ ਸਰੀਰ ਦੇ ਫਾਰਮੇਸ਼ਨ ਵਾਸਤੇ, ਠੀਕ ਹੈ ਜੀ। ਤਾਂ ਵੱਖਰੇ ਵੱਖਰੇ ਸੈੱਲ ਨੂੰ ਮਿਲ ਕੇ ਇੱਕ ਟਿਸ਼ੂ ਬਣਦਾ, ਠੀਕ ਹੈ। ਟਿਸ਼ੂ ਨੂੰ ਮਿਲ ਕੇ ਆਰਗਨ ਬਣਦੇ ਨੇ, ਉਹ ਮੈਂ ਸਭ ਕੁਝ ਕਰਾਇਆ ਹੋਇਆ। ਤਾਂ ਕੁਐਸਚਨ ਇਦਾਂ ਵੀ ਆ ਸਕਦਾ। ਦੇਖੋ ਮੈਂ ਜਸਟ ਇਹ ਤਾਂ ਲੈ ਕੇ ਆਇਆ ਸਿਰਫ ਤੁਹਾਨੂੰ ਦੱਸਣ ਵਾਸਤੇ ਕਿ ਕੁਐਸਚਨ ਕਿਵੇਂ ਕਿਵੇਂ ਬਣ ਸਕਦੇ ਆ। ਤਾਂ ਫੋਟੋ ਵੀ ਪਾ ਸਕਦੇ ਆ, ਫੋਟੋ ਨੂੰ ਪੁੱਛ ਸਕਦੇ ਆ ਭਾਈ ਇਹ ਕਿਹੜਾ ਅੰਗ ਹੈ ਆਪਣਾ? ਦਿਲ ਹੈ, ਪੇਟ ਹੈ, ਦਿਮਾਗ ਹੈ ਕਿ ਗੁਰਦੇ ਹੈ? ਤਾਂ ਤੁਸੀਂ ਦੇਖ ਲਓ ਕਿਡਨੀਆਂ ਨੇ ਆਪਣੀਆਂ 2, ਠੀਕ ਹੈ। ਤਾਂ ਇਹ ਕੀ ਹੋ ਗਏ? ਗੁਰਦੇ ਹੋ ਗਏ, ਜਿਹਨੂੰ ਆਪਾਂ ਕਿਡਨੀਆਂ ਕਹਿ ਦਿੰਦੇ ਆ। ਤਾਂ ਯਾਦ ਰੱਖਣੀ ਆ ਫੋਟੋ ਵੀ, ਕਿਉਂਕਿ ਮੈਂ ਫੋਟੋਆਂ ਤਾਂ ਕਰਾਈਆਂ ਹੋਈਆਂ ਤੁਹਾਨੂੰ ਹਿਊਮਨ ਆਰਗਨ ਦੇ ਵਿੱਚ। ਹੁਣ ਕਹਿੰਦਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਗਲਤ ਹੈ, ਮਤਲਬ ਕਿਹੜੀ ਸਟੇਟਮੈਂਟ ਰੋਂਗ ਹੈ? ਕਹਿੰਦਾ ਹੱਡੀਆਂ ਅਤੇ ਮਾਸਪੇਸ਼ੀਆਂ ਮਿਲ ਕੇ ਕੰਮ ਕਰਦੀਆਂ। ਤਾਂ ਪਤਾ ਹੀ ਆਪਾਂ ਨੂੰ, ਕਿਉਂਕਿ ਹੱਡੀਆਂ ਦੇ ਵਿੱਚ ਕੀ ਮਾਸਪੇਸ਼ੀਆਂ ਹੁੰਦੀਆਂ ਨੇ, ਤੇ ਹੱਡੀਆਂ ਮਾਸਪੇਸ਼ੀਆਂ ਨਾਲ ਢੱਕੀਆਂ ਹੁੰਦੀਆਂ ਨੇ, ਇਹ ਵੀ ਸਹੀ ਹੈ। ਤੇ ਕਹਿੰਦਾ ਵੀ ਸਰੀਰ ਨੂੰ ਊਰਜਾ ਦੇਣ ਵਾਸਤੇ ਭੋਜਨ ਜ਼ਰੂਰੀ ਹੈ, ਇਹ ਵੀ ਪਤਾ, ਆਪਾਂ ਰੋਟੀ ਵਗੈਰਾ ਖਾਂਦੇ ਆ। ਕਹਿੰਦਾ ਵੀ ਸੰਚਾਰ ਪ੍ਰਣਾਲੀ ਸੋਚਣ ਤੇ ਯਾਦ ਰੱਖਣ ਦਾ ਕੰਮ ਕਰਦੀ ਹੈ, ਗਲਤ ਹੈ। ਕਿਉਂਕਿ ਜਿਹੜੀ ਸੰਚਾਰ ਪ੍ਰਣਾਲੀ ਹੁੰਦੀ ਉਹਦਾ ਕੰਮ ਕੀ ਹੁੰਦਾ? ਆਪਣੀ ਬੋਡੀ ਦੇ ਵਿੱਚ ਖੂਨ ਨੂੰ ਕੀ ਕਰਨਾ? ਸਰਕੂਲੇਟ ਕਰਨਾ, ਠੀਕ ਹੈ, ਜਿਹਨੂੰ ਸਰਕੂਲੇਟਰੀ ਸਿਸਟਮ ਬੋਲ ਦਿੰਦੇ ਆ। ਤਾਂ ਯਾਦ ਰੱਖਣਾ ਕਿਹੜੀ ਚੀਜ਼ ਗਲਤ ਹੈ, ਕਿਹੜੀ ਸਹੀ ਹੈ। ਆਹ ਕੁਐਸਚਨ ਵੀ ਬੜਾ ਵਧੀਆ। ਕਹਿੰਦਾ ਜਦੋਂ ਤੁਹਾਡਾ ਦਿਲ ਤੇਜ਼ ਧੜਕਦਾ ਹੈ, ਜਦੋਂ ਤੁਸੀਂ ਇਹਨਾਂ ਵਿੱਚੋਂ ਕਿਹੜੀ ਗਤੀਵਿਧੀ ਕਰਦੇ ਹੋ? ਜਦੋਂ ਤੁਸੀਂ ਰੋਟੀ ਖਾ ਰਹੇ ਹੁੰਦੇ ਹੋ? ਨਹੀਂ। ਪੜ੍ਹਦੇ ਹੋ ਉਦੋਂ? ਨਹੀਂ। ਜਦੋਂ ਤੁਸੀਂ ਬੈਠਦੇ ਹੋ? ਨਹੀਂ। ਪੜ੍ਹਦੇ ਤਾਂ ਨਹੀਂ ਹੁੰਦਾ, ਪਰ ਪੇਪਰ ਦੇਣ ਲੱਗੇ ਜ਼ਰੂਰ ਹੋਊਗਾ। ਬਾਕੀ ਸਹੀ ਕੁਐਸਚਨ ਦਾ ਆਨਸਰ ਕੀ ਹੈ? ਜਦੋਂ ਤੁਸੀਂ ਚੱਲ ਰਹੇ ਹੁੰਦੇ ਹੋ, ਮਤਲਬ ਆਪਾਂ ਤੁਰ ਰਹੇ ਹਾਂ ਜਾਂ ਆਪਾਂ ਦੌੜ ਰਹੇ ਹਾਂ, ਉਦੋਂ ਕੀ ਹੋਊਗਾ? ਆਪਣਾ ਦਿਲ ਕੀ ਹੋਊਗਾ? ਤੇਜ਼ੀ ਨਾਲ ਧੜਕੂਗਾ। ਇਹਨਾਂ ਦੇ ਕੰਪੈਰੀਜ਼ਨ ਜਦੋਂ ਆਪਾਂ ਬੈਠੇ ਹੁੰਦੇ ਹਾਂ, ਪੜ੍ਹ ਰਹੇ ਹੁੰਦੇ ਹਾਂ ਜਾਂ ਖਾ ਰਹੇ ਹੁੰਦੇ ਹਾਂ, ਉਹਦੇ ਮੁਕਾਬਲੇ ਕੀ ਹੈ? ਜਦੋਂ ਆਪਾਂ ਚੱਲਾਂਗੇ ਨਾ, ਉਦੋਂ ਦਿਲ ਕੀ ਹੋਊਗਾ? ਤੇਜ਼ ਧੜਕੂਗਾ, ਠੀਕ ਹੈ ਜੀ। ਸਭ ਕੁਝ ਯਾਦ ਰੱਖਣਾ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੇ ਭਾਵਨਾਤਮਕ ਅੰਗ ਹਨ? ਮਤਲਬ ਕੀ ਆਪਣੇ ਇਮੋਸ਼ਨਲ ਵਾਲੇ। ਤਾਂ ਤੁਹਾਨੂੰ ਪਤਾ ਹੀ ਆ, ਕੰਨ ਤੇ ਅੱਖਾਂ। ਕੰਨਾਂ ਨਾਲ ਆਪਾਂ ਸੁਣਦੇ ਹਾਂ, ਅੱਖਾਂ ਨਾਲ ਆਪਾਂ ਦੇਖਦੇ ਹਾਂ, ਤਾਂ ਆਪਾਂ ਕੀ ਹੋ ਜਾਂਦੇ ਆ? ਇਮੋਸ਼ਨ ਫੀਲ ਹੁੰਦੇ ਆਪਾਂ ਨੂੰ, ਜਿਸ ਕਰਕੇ ਆਪਾਂ ਕੀ ਹੁੰਦੇ ਆ? ਇਹ ਆਪਣੇ ਕੀ ਹੋ ਗਏ? ਭਾਵਨਾਤਮਕ ਅੰਗ ਹੋ ਗਏ, ਠੀਕ ਹੈ ਜੀ। ਅਗਲਾ ਆ ਗਿਆ ਭਾਈ, ਕਹਿੰਦਾ ਮਨੁੱਖ ਦੇ ਬਚਾਵ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਜ਼ਰੂਰੀ ਹੈ? ਠੀਕ ਹੈ, ਹਵਾ, ਪਾਣੀ ਤੇ ਹੱਡੀਆਂ ਸਾਰੇ ਜ਼ਰੂਰੀ ਆ ਭਾਈ। ਹੱਡੀਆਂ ਤੇ ਮਾਸਪੇਸ਼ੀਆਂ, ਖੂਨ ਇਹ ਵੀ ਜ਼ਰੂਰੀ ਆ, ਭੋਜਨ ਵੀ ਜ਼ਰੂਰੀ ਆ, ਖੂਨ ਵੀ ਜ਼ਰੂਰੀ ਆ, ਦਿਲ ਵੀ ਜ਼ਰੂਰੀ ਆ। ਤਾਂ ਕੀ ਹੋ ਗਿਆ ਆਨਸਰ ਭਾਈ? ਸਾਰਾ ਕੁਝ ਜ਼ਰੂਰੀ ਆ। ਡੀ ਇਜ਼ ਦਾ ਰਾਈਟ ਆਨਸਰ।
ਇਹਦੇ ਵਿੱਚ ਕਹਿੰਦਾ ਵੱਖਰਾ ਸਮੂਹ ਚੁਣੋ, ਕਹਿੰਦਾ ਆਇਓਡੀਨ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ, ਵਿਟਾਮਿਨ ਕੇ ਹੋ ਗਿਆ। ਤਾਂ ਸਾਰੇ ਆਇਓਡੀਨ ਹੋ ਗਿਆ, ਪੋਟਾਸ਼ੀਅਮ ਤੇ ਕੈਲਸ਼ੀਅਮ ਕੀ ਹੁੰਦੇ ਆ, ਮਿਨਰਲਸ ਹੁੰਦੇ ਆ, ਜਿਹਨੂੰ ਕਹਿ ਦਿੰਦੇ ਆ ਖਣਿਜ। ਤੇ ਬਾਕੀ ਜਿਹੜਾ ਵਿਟਾਮਿਨ ਕੇ ਆ ਕਿਹਦੀ ਕੈਟਾਗਰੀ ਚ ਆਉਂਦਾ, ਵਿਟਾਮਿਨ ਦੀ ਕੈਟਾਗਰੀ ਚ ਆਉਂਦਾ ਹੈ। ਤਾਂ ਵਿਟਾਮਿਨ ਕਾਫੀ ਇੰਪੋਰਟੈਂਟ ਹੁੰਦੇ ਆ, ਸਾਰੇ ਪੜ੍ਹ ਕੇ ਆਣੇ A B C ਜੋ ਵੀ ਹੁੰਦੇ ਆ। ਤੇ ਬਾਕੀ ਮੈਂ ਕਰਵਾ ਦੂੰਗਾ ਕਿਸੇ ਦਿਨ ਵੀਡੀਓ ਦੇ ਵਿੱਚ। ਹੁਣ ਲਾਸਟ ਦੇ ਵਿੱਚ ਤੁਸੀਂ ਇੱਕ ਕੁਐਸਚਨ ਦਾ ਆਨਸਰ ਜ਼ਰੂਰ ਕਰਕੇ ਜਾਣਾ ਤੇ ਨਾਲ ਆਪਣਾ ਰੈਂਕ ਵੀ ਕਰਕੇ ਜਾਣਾ। ਕਹਿੰਦਾ ਕਾਲਮ 1 ਤੇ 2 ਦਿੱਤੇ ਆ, ਇਹਨਾਂ ਨੂੰ ਮੈਚ ਕਰੋ। ਮਤਲਬ ਮੈਚ ਕਿਵੇਂ ਕਰਨਾ, ਵੀ ਤੁਸੀਂ ਦੱਸਣਾ ਜਿਹੜਾ ਬ੍ਰੇਨ ਹੁੰਦਾ ਉਹ ਕੀ ਹੁੰਦਾ, ਹੈਡ ਹੁੰਦਾ ਜਾਂ ਕੀ ਹੁੰਦਾ। ਜੇ ਮੰਨ ਲਓ ਮੈਂ ਤੁਹਾਨੂੰ ਦੱਸ ਦਿੰਦਾ ਇੱਕ, ਜਿਵੇਂ ਬ੍ਰੇਨ ਕੀ ਹੁੰਦਾ, ਹੈਡ ਹੁੰਦਾ, ਤੈਨੂੰ ਮੈਚ ਕਰ ਦੋ ਕੀ ਹੋ ਜਾਊਗਾ, ਮਤਲਬ A ਦਾ ਆਨਸਰ ਕੀ ਹੋ ਜਾਊਗਾ, ਥਰਡ। ਇਦਾਂ ਮੈਚ ਕਰਨੇ ਆ ਤੁਸੀਂ। ਤੇ ਇਹਦੇ ਵਿੱਚ ਜਿਹੜੀ ਆਪਸ਼ਨ ਬਣੂਗੀ ਤੁਸੀਂ ਉਹ ਲਿਖ ਕੇ ਜਾਣੀ ਆ A B C D।